ਆਦ ਗੁਰ ਇਹ ਨਵੇਂ, ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਚਾਰਾਂ ਕਾਲਾਂ ਦੇ ਵਿੱਚ ਜਿਹੜਾ ਗਿਆਨ ਦੇਣ ਵਾਲਾ ਹੈ ਉਹਨੂੰ ਨਮਸਕਾਰ ਹੈ। ਉਹ ਕੌਣ ਹੈ? ਦੇਖੋ ਇੱਥੇ ਦਾ ਗੁਰਦੇਵ ਇੱਕ ਕਾਲ ਵਿੱਚ ਪ੍ਰੈਜ਼ੈਂਟ ਵਿੱਚ ਹੀ ਇਹ ਦੇ ਸਕਦਾ ਹੈ। ਸਾਰੀ ਗੁਰੂ ਪ੍ਰੈਜ਼ੈਂਟ ਤੁਹਾਨੂੰ ਗਿਆਨ ਦੇ ਸਕਦਾ ਹੈ। ਨਾ ਆਦ ਵਿੱਚ ਸੀ ਨਾ ਜੁਗਾਦ ਵਿੱਚ ਸੀ। ਆਦ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਗੁਰੇ ਨਵੇਂ। ਸਤਗੁਰ ਜਿਹੜਾ ਹੈ ਇਸ ਵਕਤ ਪ੍ਰੈਜ਼ੈਂਟ ਦੇ ਵਿੱਚ ਇਹ ਦੇ ਸਕਦਾ ਗਿਆਨ। ਸਤਪੁਰਖ ਜਿਹੜੇ ਜਾਣਿਆ ਸਤਗੁਰ ਤਿਸ ਕਾ ਨੂੰ, ਜਿੰਨੇ ਭਗਤ ਨੇ ਸਤਗੁਰ ਨੇ, ਨਾਨਕ ਸਤਗੁਰ ਹੈ। ਜਿਹੜੇ ਆਦ ਜੁਗਾਦ ਵਾਲਾ ਹੈ ਉਹ ਹੋਰ ਹੈ, ਫਿਰ ਉਹ ਤੇਰੇ ਅੰਦਰ ਹੀ ਹੈ, ਉਹ ਤੇਰਾ ਹੀ ਅੰਦਰ ਸਤਗੁਰ ਹੈ। ਮੈਂ ਆਪਣਾ ਗੁਰ ਪੁੱਛ ਦੇਖਿਆ, ਉਹ ਜਿਹੜਾ ਤੇਰਾ ਅੱਧਾ ਪੋਜ਼ਿਟਿਵ ਪਾਰਟ ਹੈ, ਅੱਧਾ ਨੈਗੇਟਿਵ ਹੈ, ਮਨ ਔਰ ਚਿੱਤ। ਜਿਹੜਾ ਚਿੱਤ ਹੈ ਜਾਂ ਬੁੱਧ ਹੈ ਜਿਹੜੀ, ਉਹ ਹੈ ਗੁਰਦੇਵ ਪਹਿਲਾਂ ਮਾਤਾ ਹੈ, ਗੁਰਦੇਵ ਪਿਤਾ ਬਾਅਦ ਚ ਆਉਂਦਾ। ਗੁਰਦੇਵ ਮਾਤਾ, ਗੁਰਦੇਵ ਪਿਤਾ। ਗੁਰਦੇਵ ਦੀ ਪੰਕ ਉੱਥੇ ਆਊਗਾ। ਇਹ ਗੁਰਦੇਵ ਮਾਤਾ ਹੈ, ਉਹ ਮਾਤਾ ਦਾ ਨਾਮ ਹੈ ਬੁੱਧ। ਅਕਲ ਇਹ ਗਿਆਨ ਦਿੰਦੀ ਹੈ। ਜਿਹੜਾ ਵਿਵੇਕ ਹੈ ਉਹ ਅਕਲ ਦਾ ਰੂਪ ਧਾਰ ਕੇ ਗਿਆਨ ਦਿੰਦਾ। ਆਪਣੇ ਆਪ ਚ ਗਿਆਨ ਹੈ ਉਹ, ਜਿਵੇਂ ਆਪਣੇ ਆਪ ਚ ਅੰਬ ਹੈ ਉਹ, ਪਰ ਜਦ ਉਹਨੇ ਫਲ ਦੇਣਾ ਉਹਨੇ ਬਿਰਛ ਰੂਪ ਧਾਰ ਕੇ ਹੀ ਫਲ ਦੇਣਾ। ਅਕਲ ਗਿਆਨ ਦਾ ਬਿਰਛ ਰੂਪ ਹੈ। ਸਹਿਜ ਵਿੱਚ ਅਕਲ ਪ੍ਰਗਟ ਹੁੰਦੀ ਹੈ, ਸੁਣਨ ਚ ਅਕਲ ਗੁਪਤ ਹੁੰਦੀ ਹੈ। ਸੁਣਨ ਚ ਅਕਲ ਗੁਪਤ ਹੁੰਦੀ ਹੈ, ਕੰਮ ਨਹੀਂ ਕਰਦੀ ਹੁੰਦੀ। ਅਕਲ ਤੇ ਕੰਮ ਨਹੀਂ ਲਿਆ ਜਾ ਸਕਦਾ, ਲਿਆ ਜਾਂਦਾ ਹੁੰਦਾ ਸੁਣਨ ਚ। ਆਪਾਂ ਸੁੱਤੇ ਪਏ ਅਕਲ ਦਾ ਨਹੀਂ ਕੰਮ ਕਰਦੀ, ਅਕਲ ਨਹੀਂ ਕੰਮ ਕਰਦੀ, ਪਰ ਗਿਆਨ ਕੰਮ ਕਰਦਾ ਹੈ। ਗਿਆਨ ਕੰਮ ਕਰਦਾ, ਸਾਹ ਲੈਂਦਾ। ਬ੍ਰੇਨ ਦੇ ਵਿੱਚ ਅਕਲ ਨਹੀਂ ਜਾ ਰਹੀ। ਜੇ ਅਕਲ ਬ੍ਰੇਨ ਚਲੀ ਜਾਵੇ ਸੁਪਨਾ ਆਉਂਦਾ, ਫਿਰ ਸੁਪਨਾ ਦੇਖਦੀ ਹੈ। ਖੈਰ ਉਹ ਗੱਲ, ਯਾਨੀ ਆਦ ਗੁਰ ਇਹ ਨਵੇਂ ਜਿਹੜਾ ਹੈਗਾ ਉਹ ਵਿਵੇਕ ਸਾਡੀ ਬੁੱਧੀ ਹੋਗੀ। ਚਿੱਤ ਬੁੱਧ ਇੱਕੋ ਹੀ ਗੱਲ ਹੈ। ਚਿੱਤ ਜਿਹੜਾ ਹੈਗਾ ਉਹਦਾ ਪੁਲਿੰਗ ਨਾਮ ਹੈ, ਬੁੱਧ ਉਹਦਾ ਇਸਤਰੀ ਲਿੰਗ ਨਾਮ ਹੈ। ਇੱਕੋ ਚੀਜ਼ ਦੇ ਦੋ ਨਾਮ ਨੇ। ਤੇ ਮਾਤਾ ਗੁਰਦੇਵ ਪਤਾ ਨਹੀਂ, ਜਦ ਗੁਰਦੇਵ ਹੈ ਫਿਰ ਮਾਤਾ ਪਹਿਲਾਂ। ਸੰਸਾਰ ਪੈਦਾ ਹੁੰਦਾ ਬੁੱਧ ਮੂਹਰੇ ਹੈ, ਕੋਈ ਕੰਮ ਕਰਨਾ ਬੁੱਧ ਮੂਹਰੇ ਹੈ, ਗਿਆਨ ਪਿੱਛੇ ਹੈ। ਨਹੀਂ ਤਾਂ ਬੁੱਧ ਮਿਆਨ ਦੇ ਵਿੱਚ ਸਮਾਈ ਹੋਈ, ਜਿਵੇਂ ਤਲਵਾਰ ਔਰ ਮਿਆਨ ਹੈ। ਤਲਵਾਰ ਬਾਹਰ ਆਈ ਕੰਮ ਕਰੂਗੀ, ਮਿਆਨ ਦੇ ਵਿੱਚ ਸਮਾਈ ਹੋਈ ਹੈ। ਮਿਆਨ ਦੀਦਾ, ਤਲਵਾਰ ਦੀਦੀ ਹੋਣੀ। ਵਿਵੇਕ ਉਹਦਾ ਮਿਆਨ ਹੈ। ਵਿਵੇਕ ਕੀ ਹੈ? ਵਿਵੇਕ ਗੁਣ ਕੀ ਠੇਕੇ ਦਾ ਨਾਮ ਵਿਵੇਕ ਹੈ। ਗੁਣਾਂ ਦੇ ਸਮੂਹ ਦਾ ਨਾਮ ਵਿਵੇਕ ਹੈ। ਸਾਰੇ ਟੋਟਲ ਗੁਣਾਂ ਦਾ ਨਾਮ ਵਿਵੇਕ ਹੈ। ਸਾਰੇ ਗੁਣਾਂ ਦੀ ਰੋਸ਼ਨੀ ਦਾ ਨਾਮ ਵਿਵੇਕ ਹੈ। ਉਹ ਜਿਹੜੀ ਕਿਰਨ ਨਿਕਲਣੀ ਹੈ ਕੰਮ ਕਰਨ ਨੂੰ, ਜਿਵੇਂ ਇੱਕ ਸੈੱਲ ਹੈ, ਸੈੱਲ ਦੇ ਵਿੱਚ ਸ਼ਕਤੀ ਹੈ। ਜਦੋਂ ਕਿਰਨ ਨਿਕਲਦੀ ਹੈ ਉਹਦੇ ਥਈ ਟਾਰਚ ਦੀ ਬਲਬ ਤੱਕ, ਫਿਰ ਬੁੱਧ ਨਿਕਲਦੀ ਹੈ ਬਾਹਰ, ਫਿਰ ਕੰਮ ਕਰਦੀ ਹੈ ਬਾਹਰ। ਲਾਈਟ ਜੋਤ ਬਾਹਰ ਨਿਕਲਦੀ ਹੈ। ਉਹ ਕਹਿੰਦਾ ਨਿਕਲੀ ਮੱਥਾ ਫੋੜ ਕੇ ਤਨ ਫਤਿਹ ਨਿਸ਼ਾਨ ਗਜਾਏ ਕੇ, ਜਗ ਸੰਜਮੀ ਜੁੱਧ ਨੂੰ। ਫਿਰ ਅਕਲ ਬਾਹਰ ਨਿਕਲਦੀ ਹੈ, ਉਹ ਚੰਡੀ ਬਾਹਰ ਨਿਕਲਦੀ ਹੈ। ਸੁਣਨ ਦੇ ਵਿੱਚ ਅੰਦਰ ਗੁਪਤ ਹੈ, ਉਹ ਮਿਆਨ ਦੇ ਵਿੱਚ ਹੈ ਤਲਵਾਰ। ਜਾਂ ਜੰਗ ਹੋਊ ਤਲਵਾਰ ਮਿਆਨ ਤੇ ਬਾਹਰ ਆਉਂਦੀ ਹੈ। ਇਦੋਂ ਜ਼ਿਆਦਾ ਅਸੀਂ ਹੋਰ ਮਿਸਾਲ ਨਹੀਂ ਕੋਈ ਦੇ ਸਕਦੇ। ਮਿਸਾਲਾਂ ਹੋਰ ਵੀ ਨੇ ਬਹੁਤ, ਢੁਕਵੀਂ ਮਿਸਾਲ ਹੈ। ਹਾਂ, ਆਦ ਗੁਰੇ ਨਵੇਂ, ਆਦ ਜਾਂ ਸ੍ਰਿਸ਼ਟੀ ਦਾ ਸੀ। ਆਦ ਸ੍ਰਿਸ਼ਟੀ ਦਾ ਜਾਂ ਅਜੋ ਮਾਇਆ ਨਹੀਂ ਹੈ, ਖਿਆਲ ਆਇਆ ਸ੍ਰਿਸ਼ਟੀ ਰਚਣ ਦਾ, ਅਜੋ ਖਿਆਲ ਇਹ ਆਇਆ। ਸਭ ਜਗ ਸਹਿਜ ਉਪਾਇਆ, ਉਪਾਇਆ ਬਾਅਦ ਚ, ਸਹਿਜ ਪਹਿਲਾਂ ਹੋਇਆ। ਤੇ ਸਹਿਜ ਹੋਇਆ ਤੇ ਖਿਆਲ ਆਇਆ ਕੁਛ ਕਰਨ ਦਾ। ਸੁੱਤੇ ਉੱਠਿਆ ਖਿਆਲ ਆਇਆ ਕੁਛ ਕਰਨ ਦਾ। ਕੀ ਕਰਨਾ, ਕਿਵੇਂ ਕਰਨਾ, ਵੱਧ ਦੀ ਗੱਲ। ਅੱਜ ਕੀ ਕਰਨਾ, ਕੀ ਕਿੱਧਰ ਨੂੰ ਜਾਣਾ, ਕਿਹੜੇ ਪਿੰਡਾਂ ਵੱਲ ਨੂੰ ਜਾਣਾ, ਫੇਰੀ ਲਾਉਣ, ਆਪਣੇ ਆਪਣੇ ਕੰਮ ਨੇ। ਪਹਿਲਾਂ ਕਿਹੜਾ ਕੰਮ ਕਰਨਾ, ਕਈਆਂ ਦਾ ਹੁੰਦਾ ਪਹਿਲਾਂ ਕੰਮ ਕਰਨਾ, ਕਈਆਂ ਦਾ ਰੂਟੀਨ 'ਚ ਹੁੰਦਾ, ਉਹੀ ਕੰਮ ਕਰਨਾ ਹੀ ਹੁੰਦਾ ਉਹਨਾਂ ਨੇ। ਯਾਨੀ ਪਹਿਲਾਂ ਤਾਂ ਉੱਠੇ ਖਿਆਲ ਆਇਆ, ਖਿਆਲ ਆਇਆ ਫਿਰ ਸ਼ੁਰੂ ਕੀਤਾ ਕੰਮ। ਜਦ ਸ਼ੁਰੂ ਕੀਤਾ ਫਿਰ ਜੁਗਾਦ ਗੁਰੇ ਨਵੇਂ। ਜਦ ਮਾਇਆ ਪੈਦਾ ਕਰ ਲਈ, ਕਲਪਨਾ ਕਰ ਲਈ ਮਾਇਆ ਦੀ,
ਸੱਚ ਤੇ ਪਵਨਾ ਅੱਡ ਹੋ ਗਿਆ, ਫਿਰ ਉੱਥੋਂ ਯੁੱਗ ਸ਼ੁਰੂ ਹੋ ਗਏ, ਸਮਾਂ ਸ਼ੁਰੂ ਹੋ ਗਿਆ। ਪਹਿਲਾਂ ਸਮਾਂ ਨਹੀਂ ਹੈ ਕੋਈ ਵੀ, ਪਹਿਲਾਂ ਸਮਾਂ ਹੁੰਦਾ ਹੀ ਨਹੀਂ। ਉੱਥੇ ਅਰਬਤ ਨਰਬਤ ਧੰਦੂਕਾ ਰਹਿ ਗਿਆ, ਟਾਈਮ ਲਿਮਿਟ ਕੋਈ ਨਹੀਂ ਉਹਦੀ। ਦੂਏ ਟਾਈਮਾਂ ਦੀ, ਤ੍ਰੇਤੇ ਦੀ, ਦੁਆਪਰ ਦੀ ਉਮਰਾਂ ਦੱਸੀਆਂ ਹੋਈਆਂ ਨੇ ਗ੍ਰੰਥਾਂ ਵਾਲਿਆਂ ਨੇ। ਸਤਿਯੁਗ ਦੀ ਉਮਰ ਨਹੀਂ ਕਿਤੇ ਦੱਸੀ, ਇਹਦੀ ਉਮਰ ਨਹੀਂ ਹੁੰਦੀ। ਦੱਸੇ ਕੌਣ? ਸਾਰੇ ਸੁੱਤੇ ਪਏ ਨੇ, ਜਿੱਤੇ ਸੁੱਤੇ ਹੀ ਪਏ ਨੇ, ਦੱਸੇ ਕੌਣ? ਦੱਸੂ ਉਹ ਜੇ ਕੋਈ ਜਗਦਾ ਹੋਊ, ਫਿਰ ਉਹ ਸੁਰਨਸਮਾਦ ਨਹੀਂ ਹੈ ਸਾਰੇ। ਇਸ ਕਰਕੇ ਅਰਬਤ ਨਰਬਤ ਧੰਦੂਕਾ ਰਹਾ। ਉਹ ਤੋਂ ਬਾਅਦ ਜਦ ਸਹਿਜ ਹੋਇਆ ਜਾਗੇ, ਕੁਛ ਜਾਗੇ ਜਾਗਣ ਵਾਲੇ ਸੀ, ਜਿਹੜੇ ਪਹਿਲਾਂ ਜਾਗਦੇ ਤੇ ਉਹੀ ਜਾਗੇ ਨੇ। ਜਿਹੜੇ ਜੀਵ ਸੀ ਨਾ ਜਗਾਉਣ ਵਾਲੇ, ਇਹ ਜਿਉਂਦੇ ਤਿਉਂ ਹੀ ਪਏ ਸੀ। ਕਿਵੇਂ ਪਤਾ ਲੱਗਿਆ ਜਿਉਂਦਾ ਤਿਉਂ ਪਏ ਸੀ? ਬਈ ਆਦ ਵਿੱਚੋਂ ਕਿਤੋਂ ਨਹੀਂ ਪਤਾ ਲੱਗਦਾ। ਇਹਦਾ ਪਤਾ ਲੱਗਦਾ ਬਹੁਤ ਔਖਾ ਪਤਾ ਲੱਗਦਾ। ਦਸਮ ਪਾਤਸ਼ਾਹ ਨੇ ਆ ਇੱਕੋ ਹੀ ਅੱਧੀ ਭਗਤੀ ਚ ਦੱਸਦਾ, ਇੱਕ ਪੂਰੀ ਵੀ ਨਹੀਂ। ਕਹਿੰਦੇ ਜਬ ਉਤਕਰਖ ਕਰਾ ਕਰਤਾਰਾ, ਪਰਜਾ ਤਤ ਤਬ ਦੇਹ ਪਾਰਾ। ਜਦ ਆਪਣੇ ਅੰਦਰੋਂ ਇਹ ਬੁੱਧੀ ਚ ਜਿਹੜਾ ਬੰਦ ਕੀਤਾ ਹੈ ਸੀ ਡੱਬਾ, ਅਕਲ ਵਿੱਚ ਹੀ ਸੀ, ਇਸਤੇਮਾਲ ਨਹੀਂ ਸੀ। ਉਤਕਰਖ ਕਰਾ, ਬਾਹਰ ਕੱਢਿਆ ਅੰਦਰਲਾ ਗਿਆਨ, ਆ ਪਰਜਾ ਤਤ ਸਭ ਦੇਹੀਆਂ ਪੈਦਾ ਕਰ ਲਈਆਂ। ਇਹ ਵਿੱਚ ਹੀ ਸੀ ਅਕਲ ਉਹਦੇ, ਜੀਵ ਉਵੇਂ ਹੀ ਪਏ ਸੀ। ਫਿਰ ਉਹਨਾਂ ਨੂੰ ਦੇ ਦਿੱਤੇ, ਫਿਰ ਉੱਥੇ ਸ਼ੁਰੂ ਕਰਤੀ ਸਿਰਸੀ, ਫਿਰ ਰਚਨਾ ਹੋ ਗਈ। ਜਾਵਾ ਕਰਖ ਕਰ ਦੋ ਕਬੂ ਤੁਮੇ ਮਿਲਤ ਦੇ ਤਰਸੂ। ਜਿਆਦਾ ਕਰਖ ਕਰਦਾ ਅੰਦਰ ਆਪਣੇ ਨਿਗਲ ਲੈਣੇ ਸਭ ਕੁਛ, ਫਿਰ ਆ ਦੇ ਧਰਤੀਆਂ ਸਭ ਤੇਰੇ ਵਿੱਚ ਲੀਨ ਹੋ ਜਾਂਦੀਆਂ। ਇੱਕੋ ਲਾਈਨ ਚ ਜਵਾਬ ਦਿੱਤਾ ਹੋਇਆ। ਜਿਹੜੇ ਕੱਚੇ ਨੇ ਕੱਚੇ ਹੀ ਰਹਿੰਦੇ ਨੇ, ਜਿਹੜੇ ਪੱਕੇ ਨੇ ਪੱਕੇ ਰਹਿੰਦੇ ਨੇ, ਇੱਕੋ ਜਿਹੇ ਨਹੀਂ ਹੋ ਜਾਂਦੇ। ਜਿਹੜੀ ਪੋਜੀਸ਼ਨ ਹੈ ਉਸੇ ਪੋਜੀਸ਼ਨ ਜਾਗਣਾ ਜਦੋਂ ਸ੍ਰਿਸ਼ਟੀ ਦੁਬਾਰਾ ਪੈਦਾ ਹੋਣੀ ਹੈ। ਸਾਨੂੰ ਕਈਆਂ ਨੂੰ ਇਹ ਸ਼ੱਕ ਹੈ ਵੀ ਸ਼ਾਇਦ ਇੱਕੋ ਜਿਹੇ ਹੋ ਜਾਂਦੇ, ਫਿਰ ਬੜੇ ਛੋਟੇ ਕਿਵੇਂ ਹੋ ਜਾਂਦੇ, ਘੱਟ ਵੱਧ ਅਕਲ ਕਿਵੇਂ ਹੋ ਜਾਂਦੀ ਹੈ। ਐਵੇਂ ਹੀ ਰਹਿੰਦੇ ਆ ਜਿਹੇ ਜਿਹੇ ਹਾਂ ਚੱਲਦੇ। ਕੁਝ ਦੇਰ ਬਾਅਦ ਕੰਮ ਬੰਦ ਹੁੰਦਾ, ਰਾਤ ਨੂੰ ਕੰਮ ਬੰਦ ਹੋ ਗਿਆ, ਜਿੰਨਾ ਇੰਜਣ ਬੰਨਿਆ ਗਿਆ ਸੀ ਉਹਨਾਂ ਬੰਨਿਆ, ਬਾਕੀ ਪੁਰਜੇ ਪਏ ਨੇ, ਦਿਨ ਚੜ੍ਹਦੇ ਫੇਰ ਹੋ ਜੂ। ਜਿਹੜਾ ਕੰਮ ਸੀ ਪੈਂਡਿੰਗ ਪਿਆ ਉਵੇਂ ਜਾਗਦੀ ਸਾਰ ਫਿਰ ਉੱਥੇ ਹੀ ਸ਼ੁਰੂ ਹੋ ਜਾਂਦਾ। ਇਹਦਾ ਜਵਾਬ ਜਦ ਆ ਕਰਖ ਕਰ ਦੋ ਕਮੂ ਤੁਮੇ ਮਿਲਤ ਦੇ ਤਰ ਸਭੂ, ਫਿਰ ਇਹ ਸੁਨਸਵਾਦ ਹੋ ਜਾਂਦਾ। ਆਦ ਗੁਰੇ ਨਮੈ, ਜਿਹੜਾ ਆਦ ਗੁਰੇ ਨਮੈ ਸੁਨਸਵਾ ਸੀ, ਉਹਨੂੰ ਵੀ ਨਮਸਕਾਰ ਹੈ, ਕਿਉਂ ਗਿਆਨ ਉਹਦੇ ਵਿੱਚ ਹੀ ਹੈ। ਗਿਆਨ ਵਿੱਚ ਹੀ ਹੈ ਨਾ। ਜੇ ਵਿੱਚ ਹੈ ਭਾਂਡੇ ਦੇ ਵਸਤ ਉਹੀ ਬਾਹਰ ਕੱਢੂਗਾ, ਜੋ ਵਸਤ ਭਾਂਡੇ ਹੋਏ ਬਾਹਰ ਨਿਕਲੇ, ਜੋ ਭਾਂਡੇ ਦੇ ਵਿੱਚ ਵਸਤੂ ਉਹੀ ਬਾਹਰ ਨਿਕਲੂਗੀ। ਜੇ ਖਾਲੀ ਹੋਵੇ ਨਿਕਲੂ ਉੱਥੋਂ ਕੀ? ਜਿਹਦੇ ਭਰੇ ਹੈ ਤੇ ਉਹਨਾਂ ਚੋਂ ਨਿਕਲੀ ਹੈ, ਖਾਲੀਆਂ ਚ ਕੁਛ ਨਹੀਂ ਨਿਕਲਿਆ। ਜਿਹੜੇ ਭਰੇ ਹੈ ਤੇ ਉਹ ਗਿਆਨ ਦੇਣ ਵਾਲੇ, ਤੇ ਜਿਹੜੇ ਖਾਲੀ ਤੇ ਲੈਣ ਵਾਲੇ ਸੀ। ਹੁਣ ਵੀ ਇਹੀ ਗੱਲ ਹੈ। ਕੱਲ ਪੂਰਨ ਬ੍ਰਹਮ ਦੀ ਹੈ, ਇੱਥੇ ਪੂਰਨ ਬ੍ਰਹਮ ਆਦ ਗੁਰੇ ਹੈ। ਜਿਹੜੇ ਪੂਰੇ ਤੇ ਪੂਰੀ ਬੁੱਧ ਵਾਲੇ ਉਹ ਆਦ ਗੁਰੇ, ਉਹੀ ਜੁਗਾਦ ਗੁਰੇ। ਹੁਣ ਸਤਿਗੁਰੇ ਦੇ ਵਿੱਚ ਹੋਰ ਨੇ, ਸਤਿਗੁਰੇ ਦੇ ਵਿੱਚ ਉਹ ਨਹੀਂ ਹੈਗੇ। ਸਤਿਗੁਰੇ ਦੇ ਵਿੱਚ ਉਹ ਨੇ ਜਿਨ੍ਹਾਂ ਨੇ ਸ੍ਰਿਸ਼ਟੀ ਵਿੱਚ ਸਤਿਪੁਰਖ ਜਾਣਿਆ। ਸਤਿਗੁਰੇ ਉਹ ਨੇ। ਸਤਿਗੁਰ ਤਾਂ ਇੱਥੇ ਪੈਦਾ ਹੋਣਾ ਨਾ, ਉਹਨਾਂ ਨੇ ਪੈਦਾ ਕਰਨਾ ਇਹਨਾਂ ਵਾਸਤੇ। ਆਦ ਜੁਗਾਦ ਸੱਚਖੰਡ ਹੈ। ਆਦ ਜੁਗਾਦੀ, ਆ ਜੁਗਾਦੀ ਹੋਇਆ ਜਿਸੇ ਵੀ ਆਇਆ, ਆ ਜੁਗਾਦੀ ਉਹ ਮਾਇਆ ਤੋਂ ਪਰੇ ਗਿਆ, ਉਹ ਮਾਇਆ ਤੋਂ ਬਾਹਰ ਰਹਿੰਦਾ। ਆ ਜੁਗਾਦੀ ਗੱਲ ਸਤਿਗੁਰ ਡਿਵੈਲਪ ਹੋ ਕੇ ਹੋਇਆ। ਇੱਥੇ ਜਿਹੜੇ ਦੂਏ ਸੀ ਉਹਨਾਂ ਚੋਂ ਡਿਵੈਲਪ ਹੋਣ ਦੇ ਕਰੀਬ ਸੀ, ਜਿਹੜੇ ਸਤਿਗੁਰ ਦੇ ਨੇੜੇ ਸੀ, ਪਿਛਲੇ ਜਨਮ ਉਵੇਂ ਸੌਂ ਗਏ ਸੀ, ਉਹ ਡਿਵੈਲਪ ਹੋ ਗਏ। ਜਿੰਨਾ ਕੁ ਟਾਈਮ ਲੱਗਿਆ। ਹੁਣ ਵੀ ਟਾਈਮ ਸਿਰ ਭਗਤ ਪੈਦਾ ਹੁੰਦੇ ਰਹੇ, ਹਰ ਯੁੱਗ ਭਗਤ ਪਾਇਆ, ਸਮੇਂ ਸਿਰ ਭਗਤ ਪੈਦਾ ਕਰਦਾ ਰਹਿੰਦਾ। ਉਹ ਡਿਵੈਲਪਮੈਂਟ ਹੁੰਦੀ ਹੈ, ਬਹੁਤ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ। ਇਹ ਵੀ ਇੱਕ ਸਕੂਲ ਹੈ, ਇੱਥੇ ਬਹੁਤ ਡਿਵੈਲਪਮੈਂਟ ਹੁੰਦੀ ਹੈ। ਅੰਨ ਜਲ ਚੁਗਣ ਨਹੀਂ ਆਏ ਅਸੀਂ ਜਿਹੜਾ ਅੰਨ ਚੁਗਣ ਆਏ ਨਾ, ਉਹ ਵੀ ਨਾਮ ਹੈ। ਜਪਈਏ ਨਾਮ ਅੰਨ ਕੈ ਸਾਧ। ਜਿਵੇਂ ਅੰਨ ਖਾਧੇ ਦਾ ਆਧਾਰ ਹੁੰਦਾ ਸਾਡੇ, ਸਾਨੂੰ ਪਤਾ ਲੱਗਦਾ ਕੁਝ ਖਾ ਲਿਆ,
ਢਿੱਡ ਭਰਦਾ, એનર્ਜੀ ਆਉਂਦੀ ਹੈ। ਇਵੇਂ ਜੇ ਨਾਮ ਜਪੇ ਤੇ એનર્ਜੀ ਨਾ ਆਵੇ, ਨਾ ਸਾਨੂੰ ਪਤਾ ਲੱਗੇ ਕੋ ਮਿਲਿਆ, ਤਸੱਲੀ ਨਾ ਹੋਵੇ, ਨਾਮ ਨਹੀਂ ਜਪਿਆ, ਫਿਰ ਤਾਂ ਉਹ ਸਮਝੋ ਰਾਮ ਰਾਮ ਨਹੀਂ, ਫਿਰ ਟੈਂ ਟੈਂ। ਸਗੋਂ ਸਰੀਰਕ એનર્ਜੀ ਉਹ 'ਚ ਵੇਸਟ ਹੁੰਦੀ ਹੈ, ਥਕਾਵਟ ਪੈਦਾ ਹੁੰਦੀ ਹੈ, ਪ੍ਰਾਪਤੀ ਨਹੀਂ ਕੁਛ ਹੁੰਦੀ ਉਹ 'ਚ। ਜਿਹੜਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਜਿਹੜਾ ਗਿਆਨ ਹੈ ਧਿਆਨ ਵਿੱਚ ਨਹੀਂ ਬਦਲਦਾ, ਜੇ ਤਤ ਬੁੱਧ ਨਹੀਂ ਹੁੰਦੀ, ਬੁੱਧ ਪ੍ਰਾਪਤੀ ਨਹੀਂ, ਫਿਰ ਉਹ ਸਿਮਰਨ ਨਹੀਂ ਹੈ। ਇਹ ਸ਼ਰਤ ਹੈ। ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਤਤ ਬੁੱਧੀ ਦੀ ਪ੍ਰਾਪਤੀ। ਗਿਆਨ ਔਰ ਧਿਆਨ ਚ ਬਦਲ ਜਾਵੇ, ਬਸ ਇਹੀ ਸਿਮਰਨ ਹੈ। ਜੇ ਇਹ ਨਹੀਂ ਹੋ ਰਿਹਾ, ਸਭ ਸਿਮਰਨ ਝੂਠੇ ਨੇ। ਪ੍ਰਭ ਦਾ ਸਿਮਰਨ ਜਿਹੜਾ ਹੈਗਾ, ਉਹਦੇ ਨਾਲ ਪ੍ਰਾਪਤੀ ਹੈ। ਗਿਆਨ ਧਿਆਨ ਦੇ ਵਿੱਚ ਬਦਲ ਜਾਂਦਾ। ਗਿਆਨ ਧਿਆਨ ਚ ਕਦ ਬਦਲਦਾ, ਜਾਂ ਉਹਨੂੰ ਅੱਗ ਪੈ ਜਾਂਦੀ ਹੈ, ਜਾਂ ਗਿਆਨ ਪ੍ਰਚੰਡ ਹੋ ਜਾਂਦਾ। ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਸਿਮਰਨ ਕੀ ਹੈ? ਗਿਆਨ ਖੰਡ ਦੇ ਵਿੱਚ ਟਿਕਿਆ ਰਹਿਣਾ, ਸ਼ਬਦ ਵਿਚਾਰ ਕਰਦੇ ਰਹਿਣਾ, ਇਹ ਸਿਮਰਨ। ਉਸੇ ਲੈਵਲ ਤੇ ਸ਼ਬਦ ਵਿਚਾਰ ਕਰੀ ਜਾਣਾ, ਕਿਤੇ ਪਾਸੇ ਸੁਰਤੀ ਨਾ ਜਾਣੀ, ਇਹ ਸਿਮਰਨ। ਇੱਥੇ ਤੱਤ ਬੁੱਧ ਬਣਦੀ ਹੈ। ਜਾ ਕੇ ਸਭ ਕੁਝ ਸੜ ਜਾਂਦਾ ਅੰਦਰ। ਤੱਤ ਕਦ ਰਹਿ ਜਾਂਦਾ? ਜੇ ਪਰਮ ਤੱਤ ਰਹਿ ਜੇ, ਮਾਇਆ ਜਿੱਥੇ ਨਹੀਂ ਹੁੰਦੀ, ਮਾਇਆ ਦੀ ਲਿਪਤਤਾ ਹੀ ਨਹੀਂ ਹੁੰਦੀ ਵਿੱਚ, ਤਾਂ ਤੱਤ ਬੁੱਧ ਹੈ। ਮਾਇਆ ਦਾ ਅੰਸ਼ ਹੀ ਨਹੀਂ ਹੈ, ਪਕਾਰ ਕੋਈ ਹੈ ਹੀ ਨਹੀਂ, ਔਗਣ ਕੋਈ ਹੈ ਹੀ ਨਹੀਂ, ਫਿਰ ਤੱਤ ਬੁੱਧ ਹੈ। ਜਿੰਨਾ ਚਿਰ ਔਗਣਾਂ ਦਾ ਪ੍ਰਭਾਵ ਹੈ, ਬੁੱਧ ਤੱਤ ਬੁੱਧ ਹੈ ਹੀ ਨਹੀਂ। ਉਹਨਾਂ ਦਾ ਪਰਛਾਵਾਂ ਪੈਂਦਾ ਔਗਣਾਂ ਦਾ, ਔਗਣਾਂ ਦੀ ਮਾਨਤਾ ਉੱਤੇ, ਔਗਣਾਂ ਦਾ ਪ੍ਰਭਾਵ ਹੈ ਉੱਤੇ, ਤੱਤ ਬੁੱਧ ਕਿਵੇਂ ਹੋ ਜੂ? ਗੁਣ ਜਿਹੜੇ ਨੇ ਪੈਦਾ ਹੋਣੇ ਹੀ ਭਗਤੀ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ। ਜਾਂ ਗੁਣ ਕਰਦੀ ਹੈ ਭਗਤੀ, ਫਿਰ ਔਗਣਾਂ ਦਾ ਨਾਸ ਹੋ ਜਾਂਦਾ, ਫਿਰ ਪ੍ਰਕਾਸ਼ ਹੁੰਦਾ ਚਲੇ ਜਾਂਦਾ। ਔਗਣ ਹਨੇਰਾ ਕਰਦੇ ਨੇ, ਗੁਣ ਚਾਨਣ ਕਰਦੇ ਨੇ। ਗੁਣ ਚਾਨਣ ਕਰਦੇ ਨੇ, ਜੋੜਾਂ ਚੋਂ ਚਾਨਣ ਪੈਦਾ ਹੁੰਦਾ, ਔਗਣਾਂ ਚੋਂ ਹਨੇਰਾ ਪੈਦਾ ਹੁੰਦਾ। ਅਸੀਂ ਗੁਰਬਾਣੀ ਗੁਣਾਂ ਦਾ ਵਿਚਾਰ ਕਰਦੇ ਹਾਂ। 8 ਗੁਣ ਨੇ, ਗੁਣਾਂ ਦਾ ਵਿਚਾਰ ਹੈ ਗੁਰਬਾਣੀ। ਇਹ ਗੁਣ ਬਾਣੀ ਵੀ ਤਾਂ ਹੀ ਕਿਹਾ, ਇਹ ਗੁਣਾਂ ਦਾ ਵਿਚਾਰ ਹੈ ਗੁਰਬਾਣੀ। ਮੇਨ 8 ਗੁਣ ਨੇ, 4 ਨੈਗੇਟਿਵ ਨੇ, 4 ਪੋਜ਼ਿਟਿਵ ਨੇ। ਨੈਗੇਟਿਵ ਹੋਏ ਨੇ ਮਨ ਵਾਲੇ ਪਾਸੇ ਦੇ। ਜਾਂ ਮਨ ਵੀ ਗੁਣ ਜਿਹੜਾ ਔਗਣ ਛੱਡ ਕੇ, ਜਿਹੜੇ 4 ਔਗਣ ਫੜੇ ਨੇ ਮਨ ਨੇ, ਇਹ ਛੱਡ ਕੇ ਗੁਣ ਬੰਤਾ ਹੋ ਜਾਂਦਾ ਹੈ, ਫਿਰ 8 ਗੁਣ ਕਾਇਮ ਹੋ ਜਾਂਦੇ ਨੇ। ਉਹ ਜਿਹੜੀ ਵੀਟੋ ਪਾਵਰ ਹੈ ਮਨ ਕੋਲ ਹੈ, ਮੈਂ ਮੰਨਣਾ ਚਾਹੇ ਨਾ ਮੰਨਣਾ, ਮਨ ਵਿੱਚ ਹੈ ਉਹ ਪਾਵਰ। ਮੰਨਣਾ ਨਾ ਮੰਨਣਾ ਉਹਦੀ ਮਰਜ਼ੀ। ਉਹ ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਉਹ ਪਾਵਰ ਜਿੱਦਣ ਇਸਤੇਮਾਲ ਨਾ ਕਰੇ, ਫੇਰ ਇੱਕ ਹੁੰਦਾ। ਜਿੰਨਾ ਚਿਰ ਉਹ ਤਲਵਾਰ ਹੱਥ 'ਚ ਰੱਖਦਾ ਆਪਣੇ ਵੀਟੋ ਵਾਲੀ, ਉਹਨਾਂ ਚਿਰ ਕਿਸੇ ਨੂੰ ਗੁਰੂ ਮੰਨਦਾ ਹੀ ਨਹੀਂ, ਫਿਰ ਆਪੇ ਗੁਰੂ ਹੈ। ਜਦ ਮਨ ਗੁਰੂ ਹੈ, ਮਨ ਮੇਰੋ ਗੁਰ, ਫਿਰ ਜਿਹੜੀ ਮਨ ਮੱਤ ਹੈ ਉਹ ਮਾਈ ਬਣ ਜਾਂਦੀ ਹੈ। ਮਨਸਾ ਮੇਰੀ ਮਾਈ, ਮਨ ਦੀ ਇੱਛਾ ਹੀ ਮਾਂ ਬਣ ਗਈ। ਫਿਰ ਜੇ ਮਨ ਆਪ ਅਗਵਾਈ ਕਰ ਰਿਹਾ ਹੈ, ਫਿਰ ਮਨ ਦੀ ਇੱਛਾ ਜਿਹੜੀ ਉਹ ਮਾਈ ਹੈ। ਜੇ ਪਰਮੇਸ਼ਰ, ਜੇ ਪੂਰਨ ਬ੍ਰਹਮ ਕਰ ਰਿਹਾ, ਉਹਦੀ ਆਪਣੀ ਮਰਜ਼ੀ, ਤਾਂ ਉਹਦੀ ਇੱਛਾ ਸਾਡੀ ਮਾਈ ਹੈ। ਇਹ ਪ੍ਰਭ का पाना प्रभ की इच्छा है, मेरा पाना मेरी इच्छा है। जब वीटो पावर ने छड़ती बंद करनी, अपनी तलवार फड़ाती, सरेंडर करता, अपना पिस्तौल देता, जाने अजी ने सरेंडर होगी फौज, सारी फौज सरेंडर होगी। ਜਦੋਂ ਸਰਦਾਰ ਆਪਣੀ ਤਲਵਾਰ ਦੇ ਦੇਵੇ, ਰਾਜਾ ਆਪਣੀ ਤਲਵਾਰ ਦੂਏ ਰਾਜੇ ਨੂੰ ਦੇ ਦੇਵੇ, ਤਾਂ ਫੌਜ ਆਪੇ ਹਥਿਆਰ ਦੇ ਦਿੰਦੀ ਹੈ। ਭੂਪ ਬਿਨਾ ਕਰੇ ਕੌਣ ਲੜਾਈ, ਰਾਜੇ ਬਿਨਾ ਲੜਾਈ ਕਿਹਨੇ ਕਰਨੀ? ਜਦ ਪਕੜਿਓ ਗੜਕਾ ਰਾਜਾ ਮਨੇ ਫੜ ਲਿਆ, ਤੇ ਬਾਕੀ ਲੜਨਾ ਕਿਹਨੇ? ਔਗਣ ਆਪੇ ਹੀ ਸਰੈਂਡਰ ਕਰ ਜਾਂਦੇ। ਮਾਰਨਾ ਕੋਈ ਵੀ ਨਹੀਂ, ਜਿੱਤਣੇ ਨੇ। ਮਾਰਨਾ ਮਨ ਵੀ ਨਹੀਂ, ਜਿੱਤਣਾ। ਝੁਕਾਉਣਾ ਮਨ ਨੂੰ, ਝੁਕਾਉਣਾ, ਨੀਵਾਂ ਕਰਨਾ। ਮਨ ਨੀਵਾਂ ਹੋਇਆ, ਮੱਤ ਉੱਚੀ ਹੋ ਜਾਣੀ, ਮੱਤ ਬਦਲ ਜਾਣੀ ਹੈ। ਉਹ ਜਿਹੜੀ ਗੁਰਕੀ ਮੱਤ ਹੈ ਉਹ ਲੈ ਲੈਣੀਆਂ ਨੇ। ਗੁਰਕੀ ਮੱਤ ਨਹੀਂ ਉਹਨੇ ਚ ਲੈਂਦਾ। ਮੇਰੀ ਮੱਤ ਥੋੜੀ ਨਹੀਂ ਕਹਿੰਦਾ, ਆਪਣੀ ਮੱਤ ਨੂੰ ਵੱਡੀ ਮੰਨਦਾ।
ਜਿਹੜਾ ਆਪਣੀ ਮੱਤ ਨੂੰ ਵੱਡੀ ਮੰਨਦਾ ਗੁਰਮਤਿ ਨੂੰ ਨਹੀਂ ਮੰਨ ਸਕਦਾ। ਇਹੀ ਵਜ੍ਹਾ ਬਸ ਲੋਕਾਂ ਦੇ ਨਾ ਮੰਨਣ ਦੀ। ਆਪਣੀ ਮੱਤ ਉਹਨਾਂ ਦੀ ਜਿਹੜੀ ਹੈ ਸਵਾਰਥ ਵਾਲੀ ਹੈ, ਸਵਾਰਥ ਛੱਡਦੇ ਨਹੀਂ। ਵੀਟੋ ਪਾਵਰ ਕੋਲ ਹੈ, ਮੰਨਾ ਨਾ ਮੰਨਾ ਉਹਨਾਂ ਦੀ ਆਪਣੀ ਮਰਜ਼ੀ ਅੜਕਾ ਬਣੀ ਖੜੀ ਹੈ। ਇਹ ਪ੍ਰੈਜ਼ੈਂਟ ਦੀ ਗੱਲ ਹੈ। ਹੁਣ ਸਤਿਗੁਰ ਪ੍ਰੈਜ਼ੈਂਟ ਦੇ ਵਿੱਚ ਸਤਿਗੁਰ ਹੈ ਸਾਡੇ ਕੋਲ। ਆਦਿ ਗੁਰੇ ਨਵੇਂ ਜੁਗਾਦ ਗੁਰੇ ਨਵੇਂ, ਉਹ ਤਾਂ ਹੋ ਗਿਆ ਨਾ ਪਹਿਲਾਂ ਸ੍ਰਿਸ਼ਟੀ ਤੋਂ। ਹੁਣ ਇੱਥੇ ਕੌਣ ਸਾਨੂੰ ਇਹ ਭਾਸ਼ਾ 'ਚ ਕੌਣ ਸਮਝਾਵੇ? ਉਹ ਆਹ ਭਾਸ਼ਾ 'ਚ ਨਹੀਂ ਸਮਝਾ ਸਕਦਾ। ਇਹ ਭਾਸ਼ਾ ਖਾਤਰ ਆਦਮੀ ਚਾਹੀਦਾ, ਆਦਮੀ ਦਾ ਸਰੀਰ ਚਾਹੀਦਾ, ਆਦਮੀ ਵਰਗਾ ਹੀ ਆਦਮੀ ਚਾਹੀਦਾ, ਇਹਨਾਂ ਵਰਗਾ ਹੀ ਉਹਦਾ ਵੀ ਜੀਵਨ ਚਾਹੀਦਾ। ਨਹੀਂ ਤਾਂ ਇਹਦਾ ਜੀ ਇਹਦੇ ਕੋਲ ਸਾਰੀਆਂ ਸਹੂਲਤਾਂ ਨੇ, ਇਹਦੇ ਕੋਲ ਸਰੀਰ ਨਹੀਂ, ਸਾਡੇ ਕੋਲ ਅਸੀਂ ਕਿਵੇਂ ਕਰੀਏ? ਬਿਲਕੁਲ ਐਗਜ਼ੈਕਟ ਇਹਨਾਂ ਵਰਗਾ ਹੀ ਚਾਹੀਦਾ ਹੈ। ਵੀ ਆਹ ਕਰ ਸਕਦਾ, ਤੁਸੀਂ ਕਿਉਂ ਨਹੀਂ ਕਰ ਸਕਦੇ? ਵੀ ਜਦ ਤੁਹਾਡੇ ਨਾਲ ਦਾ ਇੱਕ ਰਵਿਦਾਸ ਕਰ ਸਕਦਾ, ਇੰਨਾ ਗਰੀਬ, ਤੁਸੀਂ ਅਮੀਰ ਹੋ, ਤੁਸੀਂ ਕਿਉਂ? ਤੁਹਾਡੇ ਕੋਲ ਤਾਂ ਕਾਫੀ ਜ਼ਮੀਨ ਹੈ, ਤੁਹਾਨੂੰ ਤਾਂ ਕੰਮ ਕਰਨ ਦੀ ਲੋੜ ਨਹੀਂ। ਉਹ ਤਾਂ ਕੰਮ ਕਰਕੇ ਰੋਟੀ ਖਾਊਗਾ ਵਿਚਾਰਾ, ਕੰਮ ਵੀ ਕਰ ਰਿਹਾ, ਦੁਆ ਵੀ ਕਰ ਰਿਹਾ। ਤੁਸੀਂ ਜੇ ਨਹੀਂ ਕਰਦੇ, ਮਜਬੂਰੀ ਨਹੀਂ ਤੁਹਾਡੀ, ਹਰਾਮਜ਼ਾਦਗੀ ਹੈ ਤੁਹਾਡੀ, ਮਜਬੂਰੀ ਨਹੀਂ ਹੈ, ਹਰਾਮਖੋਰੀ ਹੈ ਨਾ ਕਰਨਾ, ਬਹਾਨੇਬਾਜ਼ੀ ਹੈ। ਫਿਰ ਲਓ ਜੀ, ਰਾਜਾ ਵੱਡਾ ਆਦਮੀ ਹੈ, ਉਹਨੂੰ ਸੋਚਣ ਤਾਂ ਉਹ ਨਹੀਂ ਕਰ ਸਕਦਾ। ਪੀਪਾ ਭਗਤ ਵੀ ਉਹ ਵੀ ਕਰਦਾ, ਬੜੇ ਬੜੇ ਰਾਜੇ ਨੇ ਉਹ ਵੀ ਕਰਦੇ ਨੇ, ਚੱਕਰਵਰਤੀ ਰਾਜੇ ਨੇ ਉਹ ਵੀ ਅਵਤਾਰ ਹੋਏ ਨੇ। ਯਾਨੀ ਉੱਪਰ ਤੋਂ ਚੱਕਰਵਰਤੀ ਰਾਜੇ ਤੋਂ ਲੈ ਕੇ ਥੱਲੇ ਦੇ ਬਿਲਕੁਲ ਬੋਟਮ ਦੇ ਆਦਮੀ ਜਿਹੜੇ ਨੇ, ਰਵਿਦਾਸ ਵਰਗੇ, ਅਕਸਦ ਨੇ ਕਸਾਈ ਵਰਗੇ, ਉਹ ਸਾਰਿਆਂ 'ਚ ਭਗਤ ਪੈਦਾ ਕਰਤੇ। ਕਰੋ ਬਹਾਨਾ, ਕਾਹਦਾ ਕਰੋਗੇ? ਬਹਾਨਾ ਕਰੋ, ਕਾਹਦਾ ਕਰੋਗੇ? ਬਹਾਨੇ ਜੋਗਾ ਕੋਈ ਛੱਡਿਆ ਹੀ ਨਹੀਂ। ਸਤਿਗੁਰ ਇਹ ਨਵੇਂ ਤੀਜੇ ਨੰਬਰ ਤੇ ਆਇਆ। ਸਤਿਗੁਰ ਹੈ ਸ੍ਰਿਸ਼ਟੀ ਦੇ ਵਿੱਚ, ਸਤਪੁਰਖ ਜੀ ਨੇ ਜਾਣ ਲਿਆ, ਉਹਨੂੰ ਵੀ ਨਮਸਕਾਰ ਹੈ। ਇਹ ਤਿੰਨੇ ਤਾਂ ਹੁਣ ਹੈਗੇ ਭਾਈ ਵੱਡੇ। ਸਤਿਗੁਰ ਵੀ ਹੈ, ਉਹ ਐਵੇਂ ਸਰੀਰ ਕਰਕੇ ਲੱਗਦਾ ਹੀ ਲੱਗਦਾ ਤੁਹਾਨੂੰ, ਸਰੀਰ ਨਾਲ ਉਹਦਾ ਕਨੈਕਸ਼ਨ ਕੋਈ ਨਹੀਂ, ਉਹਦਾ ਸੰਸਾਰ ਨਾਲ ਕਨੈਕਸ਼ਨ ਹੈ। ਕਿਉਂਕਿ ਉਹਦਾ ਹਰ ਕਾ ਸੇਵਕ, ਜਿਹੜਾ ਉਹ ਆਪਣਾ ਸੇਵਕ ਕਹਿੰਦਾ, ਹਰ ਕਾ ਸੇਵਕ, ਹਰ ਕਾ ਸੰਤ। ਜਿਹੜਾ ਸਤਿਗੁਰ ਹੁੰਦਾ ਨਾ, ਜੇ ਸੰਤ ਹੈ ਤਾਂ ਹਰ ਕਾ ਸੰਤ ਬਣਦਾ ਆਪਣੇ ਨੂੰ, ਤੇ ਨਹੀਂ ਤਾਂ ਸੇਵਕ ਹੈ, ਹਰ ਕਾ ਸੇਵਕ। ਹਰ ਕਾ ਸੇਵਕ ਸੋ ਹਰ ਜਿਹਾ, ਉਹ ਹਰ ਵਰਗਾ ਹੀ ਹੁੰਦਾ। ਭੇਦ ਨਾ ਜਾਣੋ ਮਾਨਸ ਦੇ, ਉਹਦਾ ਸਰੀਰ ਜ਼ਰੂਰ ਹੈ, ਪਰ ਉਹਦਾ ਤਿਆਗਿਆ ਹੋਇਆ ਸਰੀਰ। ਸਰੀਰ ਦੀ ਚਿੰਤਾ ਤਿਆਗੀ ਹੈ, ਸਰੀਰ ਨਹੀਂ ਤਿਆਗਿਆ। ਸਰੀਰ ਦੀ ਚਿੰਤਾ ਤਿਆਗੀ ਹੈ। ਕਿਉਂ? ਸਰੀਰ, ਉਹਨੂੰ ਪਤਾ ਸਰੀਰ ਦੀ ਚਿੰਤਾ ਤਾਂ ਪਰਮੇਸ਼ਰ ਨੂੰ ਹੈ, ਜਿਹਦਾ ਸਰੀਰ ਹੈ। ਸਰੀਰ ਮੇਰਾ ਹੈ ਹੀ ਨਹੀਂ, ਉਹਨੇ ਦਿੱਤਾ। ਇਹ ਤਾਂ ਉਹਨੇ ਦੇਤਾ ਵੀ ਤੇ ਪਹਾੜ ਤੇ ਚੜ੍ਹਨਾ ਭਾਈ, ਆਹ ਲੈ ਜਾ, ਇਹ ਤੈਨੂੰ ਪਹਾੜ ਤੇ ਚੜ੍ਹਨ ਵਾਸਤੇ ਇਹ ਚੀਜ਼ਾਂ ਦੀ ਅਸੈਸਰੀ ਹੈ। ਤਾਂ ਸਾਡੇ ਕੋਲ ਸਰੀਰ ਤਾਂ ਚੀਜ਼ਾਂ ਇਹਦੀ ਲੋੜ ਹੈ, ਇੰਨੀ ਅਸੈਸਰੀ ਦੀ ਲੋੜ ਹੈ। ਉਹ ਅਸੈਸਰੀ ਤੈਨੂੰ ਦੇਤੀਆਂ, ਤੂੰ ਪਹਾੜ ਤੇ ਚੜ੍ਹ ਕੇ ਇਹਨੂੰ ਛੱਡਦੀ, ਉਸ ਲੈਵਲ ਤੇ ਜਾ ਕੇ ਛੱਡ ਦਿੰਦਾ। ਮਾਟੀ ਮਾਟੀ ਤਾਂ ਹੋਈ ਇੱਕ। ਇਹ ਸਾਰੀ ਅਸੈਸਰੀਜ਼ ਨੇ ਜਿੰਨੀਆਂ ਸਾਡੇ ਸੁੱਖ ਸਾਧਨ ਨੇ, ਖਾਣਾ ਪੀਣਾ ਜੋ ਵੀ ਕੁਛ ਹੈ ਸੰਸਾਰ, ਇਹ ਲੋੜ ਹੈ ਇਹਨਾਂ ਦੀ। ਅਸੀਂ ਲੋੜ ਦੀ ਭੁੱਖ ਬਣਾ ਲਈ, ਅਟੈਚਮੈਂਟ ਪੱਕੀ ਕਰ ਲਈ, ਇਸ ਕਰਕੇ ਉਹ ਕੰਮੇ ਛੱਡਤਾ। ਸਤਿਗੁਰ ਨੇ ਕਰਕੇ ਦਿਖਾਇਆ। ਸਤਿਗੁਰ ਇਹੀ ਗੁਰਬਾਣੀ ਉਪਦੇਸ਼ ਕਰਦੀ ਹੈ, ਇਹੀ ਸਾਡਾ ਸਿਮਰਨ ਹੈ ਕਿ ਅਸੈਸਰੀ ਛੱਡ ਦੇਣੀ ਹੈ। ਇਹ ਅਸੈਸਰੀ ਹੈ। ਅਸੀਂ ਸਤਿਪੁਰਖ ਜਾਣਨਾ ਤੇ ਸਤਿਗੁਰ ਦੀ ਅਵਸਥਾ ਪ੍ਰਾਪਤ ਕਰਨੀ ਹੈ। ਸਤਿਗੁਰ ਨੂੰ ਮੱਥਾ ਨਹੀਂ ਟੇਕੀ ਜਾਣਾ, ਸਤਿਗੁਰ ਆਦਮੀਆਂ ਹੀ ਆ। ਅਸੀਂ ਉਹ ਅਵਸਥਾ ਹੀ ਪ੍ਰਾਪਤ ਕਰਨੀ ਹੈ, ਭਗਤੇ ਬਣਨਾ, ਸਤਬਲ ਬਣਨਾ। ਬਰਾਬਰ ਪਈਆ ਬਾਣੀ, ਭੱਟ ਨੇ ਬਰਾਬਰ ਪਈਆ ਬਾਣੀ ਵਿੱਚ, ਸਾਰੇ ਸਿੱਖ ਨੇ, ਅਵਸਥਾ ਬਰਾਬਰ ਹੈ। ਸਾਰੇ ਭਗਤ ਨੇ, ਜਿਨ੍ਹਾਂ ਦੀ ਬਾਣੀ ਦੇ ਸਾਰੇ ਬਰਾਬਰ ਨੇ, ਤਾਂ ਕਿ ਕੋਈ ਇਹ ਨਾ ਕਹੇ ਵੀ ਗੁਰੂ ਨਾਨਕ ਦਾ ਗੁਰੂ ਨਾਨਕ ਸੀ, ਉਹ ਜਿਹਾ ਕੋਈ ਬਣ ਕਿਉਂ ਨਹੀਂ ਬਣ ਸਕਦਾ। ਇੱਥੇ ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ, ਉਹ ਜਿਹਾ ਨਹੀਂ ਜੀ ਕੋਈ ਬਣ ਸਕਦਾ।
क्यों नहीं बन, ਉਹ ਜਿਹਾ ਨਹੀਂ ਬਣ ਸਕਦਾ। तो मतलब उस ਉਹਨਾਂ ਕੋਲ ਕੁਆਲੀਫਿਕੇਸ਼ਨ ਜ਼ਿਆਦਾ ਸੀ, ਉਹਨੇ ਨੰਬਰ ਲੈ ਕੇ ਨਹੀਂ ਕੋਈ ਪਾਸ ਹੋ ਸਕਦਾ। ਪਾਸ ਤਾਂ ਕਰ ਸਕਦਾ ਨਾ, ਘੱਟ ਨੰਬਰਾਂ ਤੇ ਕਰ ਲੂ। ਬਈ LLB ਤਾਂ ਕਰੇ ਲਈ ਉਹਨੇ, ਥੋੜੇ ਨੰਬਰਾਂ ਤੇ ਕਰ ਲਈ, ਕਿਸੇ ਨੇ ਜ਼ਿਆਦਾ ਤੇ ਕਰ ਲਈ। ਜ਼ਿਆਦਾ ਦੀ ਯਾਰ ਥੋੜੇ ਦੀ ਗਾਹਾਂ ਦੇ ਘਰ ਚ ਪਰਲੋਕ ਚ ਗੱਲ ਹੈ, ਇੱਥੇ ਤਾਂ ਕੋਈ ਗੱਲ ਨਹੀਂ। ਇੱਥੇ ਸਿਰਫ ਅਸੀਂ ਬਰਾਬਰੀ ਉਹਨੂੰ ਲੈਂਦੇ ਹਾਂ ਜਿਹੜਾ ਪਾਸ ਹੋ ਗਿਆ ਆਪਣੇ ਘਰ, ਐਂਟਰੀ ਜਿਹਦੀ ਹੋ ਗਈ ਸੱਚਖੰਡ ਚ, ਜਿਹਦਾ ਜਮਣਾ ਬਣਨਾ ਕੱਟਿਆ ਗਿਆ, ਜੀਵਨ ਮੁਕਤੀ ਪ੍ਰਾਪਤ ਕਰ ਲਈ, ਉਹ ਬਰਾਬਰ ਨੇ ਸਾਡੇ ਵਾਸਤੇ। ਉਹ ਤਾਂ ਅੱਗੇ ਵਾਲਿਆਂ ਵਾਸਤੇ ਹੈ, ਜਿਹਨੇ ਅੱਗੇ ਨੌਕਰੀ ਦੇਣੀ ਹੈ ਉਹਨੇ ਦੇਖਣਾ। ਅੱਗੇ ਵਾਲੇ ਨੌਕਰੀ ਵੇਲੇ ਦੇਖਣੇ ਨੇ ਨੰਬਰ, ਉਹ ਤਾਂ ਕੰਮ ਕੀ ਲੈਣਾ। ਸਾਡੇ ਵਾਸਤੇ ਬਰਾਬਰ ਨੇ, ਸਕੂਲਾਂ ਵਾਸਤੇ, ਯੂਨੀਵਰਸਿਟੀ ਵਾਸਤੇ ਬਰਾਬਰ। ਯੂਨੀਵਰਸਿਟੀ ਨੇ ਉਹਨੂੰ ਸਰਟੀਫਿਕੇਟ ਦੇ ਦੇਣ ਵੀ ਪਾਸ ਹੋ ਗਿਆ। ਯੂਨੀਵਰਸਿਟੀ ਨੂੰ ਕੀ ਲੱਗੇ ਕਹਾਂ ਕੀ ਕਰਦਾ ਕੀ ਨਹੀਂ ਕਰਦਾ। ਜੇ ਭਲਾ ਪੂਰੇ ਨੰਬਰ ਲੈਣ ਵਾਲਾ ਵੀ ਜਾ ਕੇ ਕਹਿੰਦਾ ਮੈਂ ਨੌਕਰੀ ਨਹੀਂ ਕਰਨੀ, ਫਿਰ ਉਹ ਤਾਂ ਉਹਦੀ ਮਰਜ਼ੀ ਤੇ ਹੈ। ਸਾਡੇ ਵਾਸਤੇ ਬਰਾਬਰ ਹੈ। ਬਾਕੀ ਜਿਹੜੀ ਉਹਦੇ ਕੁਆਲੀਫਿਕੇਸ਼ਨ ਹੈ ਉਹ ਨਾਮ ਦੇ ਹਿਸਾਬ ਨਾਲ ਤਾਂ ਨਹੀਂ ਹੋਈਆਂ, ਉਹ ਦੁਨਿਆਵੀ ਕੁਆਲੀਫਿਕੇਸ਼ਨ ਹੋਰ ਜ਼ਿਆਦਾ ਸੀ ਵਿਦਿਆ ਦੀ। ਬੁੱਧ ਉਹਦੀ ਪਹਿਲਾਂ ਹੀ ਜ਼ਿਆਦਾ ਸੀ, ਉਹਦੇ ਕੋਲ ਪੜ੍ਹਾਈ ਉਹਦੀ ਪਹਿਲਾਂ ਹੀ ਜ਼ਿਆਦਾ ਕੀਤੀ ਸੀ, ਕਮਾਈ ਉਹਦੀ ਪਿਛਲੇ ਜਨਮਾਂ ਦੀ ਉਹ ਜ਼ਿਆਦਾ ਕੀਤੀ ਸੀ। ਇੱਕ ਨੇ ਹੁਣ ਕੀਤੀ ਹੈ, ਪਹਿਲਾਂ ਵੀ ਸੀ, ਪਾਸ ਹੋ ਗਿਆ, ਸਮਝ ਆ ਗਈ ਗੱਲ। ਸਤਿਗੁਰ ਸਾਰੇ ਹੀ ਹੋ ਗਏ, ਸਾਰੇ ਬਰਾਬਰ ਨੇ, ਸਾਰਿਆਂ ਦੀ ਬਾਣੀ ਨੂੰ ਮੱਥਾ ਟੇਕਿਆ ਜਾ, ਸਾਰਿਆਂ ਨੂੰ ਅਧੁਰ ਕੀ ਬਾਣੀ ਆਈ ਹੈ। ਪਰਮੇਸ਼ਰ ਨੇ ਜਾਂ ਨਾਮ ਦਿੱਤਾ ਹੈ, ਬਰਾਬਰ ਦਾ ਸਮਝ ਕੇ ਦਿੱਤਾ, ਸਾਰੇ ਹੀ ਬੁਲਾਏ ਬੋਲੇ ਨੇ। ਬੁਲਾਏ ਬੋਲਣ ਡਿਗਰੀ ਤਾਂ ਉਹਨੇ ਦਿੱਤੀ ਹੈ, ਅਸੀਂ ਦਿੱਤੀ ਹੈ। ਅਸੀਂ ਕਿਵੇਂ ਕਹਿ ਸਕਦੇ ਹਾਂ ਬਰਾਬਰ ਨਹੀਂ ਹੈ ਉਹ। ਜੇ ਨਾਮ ਮਿਲ ਗਿਆ ਜਿਹਨੂੰ ਬਰਾਬਰ ਹੈ, ਕੁਆਲੀਫਾਈ ਕਰ ਗਿਆ ਜਿਹੜਾ, ਉਹਨੂੰ ਨਾਮ ਮਿਲਦਾ, ਬਾਕੀ ਨਹੀਂ ਇਹਨੂੰ ਨਾਮ ਮਿਲਦਾ। ਇੱਥੇ ਜਿਹੜੇ ਅਸੀਂ ਗੱਲਾਂ ਕਰਨ ਵਾਲੇ ਹਾਂ, ਸਾਨੂੰ ਨਾ ਨਾਮ ਦਾ ਪਤਾ, ਨਾ ਸਿਮਰਨ ਦਾ ਪਤਾ, ਨਾ ਕਾਸੇ ਦਾ ਪਤਾ, ਨਾ ਧਰਮ ਦਾ ਪਤਾ, ਨਾ ਧਰਮ ਦੀ ਸਾਡੀ ਸਟੱਡੀ ਹੈ, ਨਾ ਅਸੀਂ ਸਟੂਡੈਂਟ ਹਾਂ। ਐਵੇਂ ਰੌਲਾ ਪਈ ਜਾਂਦੇ। ਸਿਰਫ ਸਾਡੀ ਸ਼ਰਧਾ ਹੁੰਦੀ ਹੈ ਇੱਕ ਆਦਮੀ ਤੇ, ਉਹਦੇ ਬਰਾਬਰ ਅਸੀਂ ਰੱਬ ਨੂੰ ਵੀ ਨਹੀਂ ਮੰਨਦੇ। ਨਾਨਕ ਦਾ ਨਿਰਾਕਾਰ ਮੰਨਦੇ ਨੇ ਸ਼ਰਧਾਵਾਨ। ਮੰਨੀ ਜਾਣ ਕੀ ਫਰਕ ਪੈਂਦਾ, ਪੱਲੇ ਕੀ ਹੈ? ਕੁਛ ਵੀ ਨਹੀਂ, ਨਾ ਕੁਝ ਪੱਲੇ ਪਵੇ। ਇਹ ਇੱਥੇ ਹੀ ਰਹਿ ਜਾਂਦੇ ਹੁੰਦੇ ਨੇ ਇਹ ਜਿਹੇ। ਸ਼ਰਧਾ ਵਾਸਤੇ ਕੋਈ ਜਗ੍ਹਾ ਨਹੀਂ ਹੈ, ਭਰੋਸੇ ਵਾਸਤੇ ਜਗ੍ਹਾ ਹੈ। ਭਰੋਸਾ ਇਹਨਾਂ ਦਾ ਹੁੰਦਾ ਨਹੀਂ। ਜੇ ਗੁਰੂ ਨਾਨਕ ਦੀ ਗੱਲ ਕਹੇ ਮੰਨ ਲਓ, ਕਦੇ ਨਹੀਂ ਮੰਨਦੇ। ਨਾਨਕ ਨੂੰ ਤੁਹਾਨੂੰ ਕਿਉਂ ਚੰਗਾ ਲੱਗਦਾ ਬਈ? ਅਟੈਚਮੈਂਟ ਕਿਹੜੀ ਗੱਲ ਦੀ ਹੈ ਉਹਦੇ ਨਾਲ? ਗੱਲ ਤਾਂ ਉਹਦੀ ਕੋਈ ਵੀ ਨਹੀਂ ਚੰਗੀ ਲੱਗਦੀ, ਉਹਦੇ ਰਾਹ ਤਾਂ ਤੁਰਨਾ ਨਹੀਂ ਚਾਹੁੰਦੇ। ਇਹ ਸਭ ਪਖੰਡੀ ਹੁੰਦੇ ਨੇ, ਆਪਣੇ ਆਪ ਨੂੰ ਧਾਰਮਿਕ ਸਿੱਧ ਕਰਨ ਵਾਲੇ। ਲੋਕ ਸਾਨੂੰ ਕਹਿਣ ਬੜੇ ਧਰਮੀ ਆਦਮੀ ਨੇ, ਬੜੇ ਸਿੱਖ ਨੇ, ਨਾਨਕ ਨਾਮ ਲੈਵਾ। ਇਹ ਲੋਕ ਨੇ ਸਾਰੇ ਅਸਲ ਦੇ ਵਿੱਚ ਧਰਮ ਨੂੰ ਉਲਟੇ ਰਸਤੇ ਪਾਉਣ ਵਾਲੇ ਲੋਕ ਹੁੰਦੇ ਨੇ, ਅੰਦਰੋਂ ਨਾ ਮੰਨਣ ਵਾਲੇ ਹੁੰਦੇ ਨੇ। ਸਤਿਗੁਰ ਜਿਹੜੇ ਹੋਏ ਨੇ ਉਹਨਾਂ ਦਾ ਵਿਰੋਧ ਕਰਨ ਵਾਲੇ ਹੁੰਦੇ ਨੇ, ਖੁਦ ਗੁਰੂ ਘਰ ਦਾ ਵਿਰੋਧ ਕਰਨ ਵਾਲੇ। ਅੱਜ ਕੋਈ 250-300 ਸਾਲ ਤੋਂ ਸਭ ਤੋਂ ਉੱਚੀਆਂ ਬਾਹਾਂ ਖੜੀਆਂ ਕਰ ਸਿੱਖੀ ਦੇ ਦਾਅਵੇ ਕਰ ਰਹੇ ਵੀ ਅਸੀਂ ਉਹ ਸਿੱਖ ਹਾਂ, ਔਰ ਸਾਰੇ ਵਿਰੋਧੀ ਨਿਕਲੇ। ਅੱਜ ਤੇ ਪਰਦਾ ਚੱਕਿਆ ਗਿਆ, ਸਾਰੇ ਵਿਰੋਧ ਖੜੇ ਨੇ। ਜੋ ਕੁਝ ਕਹਿੰਦੇ ਰਹੇ, ਜੋ ਕੁਝ ਸੁਣਦੇ ਰਹੇ, ਜੇ ਅੱਜ ਦੱਸਦੇ ਹਾਂ ਫਿਰ ਨੀਵੀਂ ਪਾ ਲੈਂਦੇ ਨੇ। ਸਤਿਗੁਰ ਨਮੇ, ਸਤਿਗੁਰ ਨੂੰ ਨਮਸਕਾਰ ਹੈ। ਨਮਸਕਾਰ ਕਿਹੜੀ ਗੱਲ ਦੀ ਹੈ? ਸਤਿਗੁਰ ਅੱਗੇ ਨੀਵਾਂ ਕਿਹੜਾ ਹੁੰਦਾ ਹੈ? ਜਿਹੜਾ ਸਤਿਗੁਰ ਦੀ ਮੱਤ ਲੈ ਲਵੇ। ਜਿਹਨੇ ਮੱਤ ਨਹੀਂ ਲਈ ਉਹ ਨਮਸਕਾਰ ਕਰਦਾ ਹੀ ਨਹੀਂ, ਝੂਠ ਬੋਲਦਾ। ਨਵਾਂ ਕੀ ਹੁੰਦੀ ਹੈ? ਨੀਵਾਂ ਹੋ ਜਾਣਾ, ਆਪਣੀ ਮੱਤ ਨੂੰ ਘੱਟ ਮੰਨ ਕੇ ਦੂਏ ਦੀ ਮੱਤ ਨੂੰ ਵੱਧ ਮੰਨ ਕੇ ਲੈ ਲੈਣਾ, ਇਹ ਨਵੇਂ ਹੈ। ਉਹਦੇ ਅੱਗੇ ਨੀਵਾਂ ਹੋ ਜਾਣਾ, ਮੇਰੀ ਮੱਤ ਥੋੜੀ ਨਾਮ ਕਹਿ ਦੇਣਾ, ਉਹਦੇ ਵਾਲੀ ਮੱਤ ਲੈ ਲੈਣਾ। ਜੇ ਮੱਤ ਉਹਦੇ ਕੋਲ ਜ਼ਿਆਦਾ ਹੈ, ਥੋੜੀ ਨਹੀਂ ਲੈਂਦੇ, ਫਿਰ ਕਿਉਂ ਨਹੀਂ ਲੈਂਦੇ? ਕਿਉਂ ਨਹੀਂ ਲੈਂਦੇ? ਵਧੀਆ ਚੀਜ਼ ਕਿਉਂ ਨਹੀਂ ਲੈ ਰਹੇ?
ਇਹ ਜਵਾਬ ਉਹ ਦੇਣ। ਹੁਣ ਇੱਥੇ ਕਹਿੰਦੇ ਚੋਰ ਹਰਾਮ ਖੋਰ, ਚੋਰ ਹਰਾਮ ਖੋਰ ਨੇ, ਮੂੰਹ ਦੇ ਵਿੱਚ ਕੁਛ ਹੈ, ਮਨ ਵਿੱਚ ਕੁਛ ਹੈ, ਉਹ ਚੋਰ ਹਰਾਮ ਖੋਰ ਨੇ। ਜਿਨ੍ਹਾਂ ਨੂੰ ਭਰਮਾ ਰਹੇ ਨੇ ਉਹ ਮੂਰਖਾਂ ਖੋਰ ਨੇ। ਸਤਿਗੁਰੇ ਨਮੈ, ਜੇ ਸਤਿਗੁਰੇ ਨਮੈ ਹੈ, ਨਹੀਂ ਤਾਂ ਸੀਸ ਨਵਾਈਏ ਕਿਆ ਥੀਏ, ਜਾਂ ਹਿਰਦੇ ਕਸੁੱਧਾ ਜਾਏ। ਪਾਸੇ ਹਿਰਦੇ ਕਸੁੱਧ ਵਾਲੇ ਨੇ ਮੱਥਾ ਟੇਕਦੇ ਨੇ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਪੋਥੀ ਸਾਹਿਬ ਨੂੰ ਮੱਥਾ ਟੇਕਦੇ ਨੇ, ਹਿਰਦੇ ਕਸੁੱਧੇ ਜਾਂਦੇ ਨੇ, ਹਿਰਦਾ ਸ਼ੁੱਧ ਹੈ ਹੀ ਨਹੀਂ। ਮੈੜੀ ਭਾਵਨਾ ਨਾਲ, ਦੁਰਭਾਵਨਾ ਨਾਲ ਮੱਥਾ ਟੇਕਦੇ ਨੇ। ਮੰਗਣ ਕੀ ਜਾਂਦੇ ਨੇ, ਨਾਮ ਤਾਂ ਮੰਗਦਾ ਹੀ ਨਹੀਂ ਕੋਈ, ਮੇਰੀ ਮਤ ਥੋੜੀ ਤਾਂ ਕਹਿੰਦਾ ਹੀ ਨਹੀਂ, ਸਬੁੱਧ ਤਾਂ ਕੋਈ ਮੰਗਦਾ ਹੀ ਨਹੀਂ। ਦੁਰਭਾਵਨਾ ਹੈ, ਸਪਸ਼ਟ ਹੁੰਦਾ ਹੈ। ਗੁਰਬਾਣੀ 'ਚ ਲਿਖਿਆ ਨਾ, ਸੀਸ ਨਵਾਈਆ ਕਿਆ ਥੀਆ, ਕੀ ਹੋ ਗਿਆ ਜੇ ਤੁਸੀਂ ਮੱਥਾ ਟੇਕਦੇ ਰਹੇ? ਕੀ ਡੰਡੌਤ ਕਰਦੇ ਨੇ ਪਖੰਡਵਾਦੀ, ਮਿੱਟੀ ਲਾਉਂਦੇ ਨੇ ਉੱਥੇ ਸੰਗਤ ਦੇ ਚਰਨਾਂ ਦੀ, ਚੱਕ ਚੱਕ ਧੂੜ ਜਾਂਦੇ ਨੇ, ਬੱਚਿਆਂ ਨੂੰ ਦਿੰਦੇ ਨੇ ਵੀ ਠੀਕ। ਪੂਰੀ ਗੱਲ ਤੋਲ ਲਈ ਤੁਸੀਂ। ਧੂੜ ਕਿਹੜੀ ਗੱਲ ਦੀ ਸੀ? ਉਹ ਮਿੱਟੀ ਖੇ ਨੂੰ ਚੱਕ ਕੇ ਤੁਸੀਂ ਧੂੜ ਬਣਾ ਲਿਆ। ਇਹ ਨੇ ਮੂਰਖੰਦ ਖੋਰ, ਚੋਰ ਹਰਾਮ ਖੋਰ। ਇਸ ਕਰਕੇ ਬ੍ਰਹਮ ਗਿਆਨੀਆਂ ਦਾ ਕਦੇ ਕੋਈ ਮੰਦਰ ਨਹੀਂ ਬਣਨ ਦਿੱਤਾ, ਨਾ ਬਣਾਇਆ ਉਹਨਾਂ ਨੇ, ਕਿ ਉਹਨਾਂ ਦੇ ਵਿੱਚ ਇਹੀ ਕੁਛ ਹੁੰਦਾ। ਪੁਜਾਰੀ ਆਵੜਦੇ ਨੇ, ਪੁਜਾਰੀਆਂ ਨੂੰ ਜ਼ਿਆਦਾ ਭੀੜ ਦੀ ਲੋੜ ਹੁੰਦੀ ਹੈ। ਜੇ ਖਰੀਆਂ ਖਰੀਆਂ ਸੁਣਾਵੇ ਕੋਈ ਆਉਂਦਾ ਹੀ ਨਹੀਂ, ਫਿਰ ਬਿਰਲੇ ਆਉਂਦੇ ਨੇ। ਉਹਨਾਂ ਨੇ ਭੀੜ ਕਰਨੀ ਹੁੰਦੀ ਹੈ, ਭੀੜ ਵਾਸਤੇ ਆਹੀ ਕੁਛ ਕਰਨਾ ਪੈਂਦਾ। ਭੀੜ ਤੰਤਰ ਇਕੱਠਾ ਕਰਨ ਵਾਸਤੇ ਆਹੀ ਕੁਛ ਕਰਨਾ ਪੈਂਦਾ, ਲਾਲਚ। ਜਿਵੇਂ ਜਾਨਵਰ ਫੜਨੇ ਹੁਣ, ਜ਼ਿਆਦਾ ਚੋਗਾ ਪਾ ਕੇ ਜਾਲ ਲਾ ਕੇ ਚੋਗਾ ਪਾਉਣਾ ਪੈਂਦਾ। ਇਹਨਾਂ ਨੇ ਚੋਗਾ ਪਾਇਆ ਹੋਇਆ, ਇੱਥੋਂ ਉਹ ਮਿਲਦਾ, ਉਹ ਮਿਲਦਾ, ਚੋਗਾ ਹੈ, ਚੋਗੇ ਨੂੰ ਫਸਦੇ ਨੇ। ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਫਲਾਣੇ ਦਾ ਉਹ ਕੰਮ ਹੋ ਗਿਆ, ਢਿੰਗੜੇ ਦਾ, ਇਹ ਚੋਗਾ ਹੈ। ਜਾਲ ਲੱਗਿਆ ਹੈ, ਫਸਾ ਰਹੇ ਨੇ, ਜੰਮਦਾ ਜਾਲ ਚ ਫਸਾਈ ਜਾਂਦੇ ਨੇ। ਖੈਰ, ਇਹ ਹੈਗਾ ਜੁਗਾਦ ਗੁਰੇ ਨਮੈ, ਨਾ ਸਤਿਗੁਰੇ ਨਮੈ। ਜੁਗਾਦ ਗੁਰੇ ਨਮੈ ਤਾਂ ਉਹ ਜਿਹਨੇ ਸਿੱਧੀ ਪੈਦਾ ਕੀਤੀ ਹੈ ਨਾ, ਮਾਇਆ ਪੈਦਾ ਹੋਈ ਹੈ ਜਦ, ਉਹ ਜੁਗਾਦ ਗੁਰੇ ਨਮੈ। ਜੁਗ ਸੁਰਸੀ ਪੈਦਾ, ਬੁੱਢ ਜੀ ਨੇ ਪੈਦਾ ਕੀਤਾ ਹੈ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਮਾਇਆ ਪੈਦਾ ਕੀਤੀ ਹੈ, ਜਿਹੜੇ ਹੁਕਮ ਨਾਲ ਹੁਣ ਚੱਲ ਰਿਹਾ ਹੈ। ਜੁਗਾਦ ਗੁਰੇ ਨਵੇਂ ਦਾ ਰੂਪ ਕੀ ਹੈ? ਜੁਗਾਦ ਗੁਰੇ ਨਵੇਂ ਹੈਗਾ ਹੁਕਮ, ਇੱਛਾ, ਸ਼ਕਤੀ। ਆਦ ਗੁਰੇ ਨਵੇਂ ਸੀ ਜੋਤ ਪੂਰਨ ਬ੍ਰਹਮ। ਪੂਰਨ ਬ੍ਰਹਮ ਜਿਹੜਾ ਸੁਰਨ ਸਮਾਜ ਸੀ, ਉਹ ਆਦ ਗੁਰੇ ਨਵੇਂ, ਆਦ ਗੁਰੇ ਹੈ। ਜਦੋਂ ਉਹਦੇ ਅੰਦਰ ਇੱਛਾ ਪੈਦਾ ਹੋਈ, ਸਹਿਜ ਅਵਸਥਾ ਹੋਈ, ਫਿਰ ਉਹੀ ਜੁਗਾਦ ਗੁਰੇ, ਉਹਦੀ ਇੱਛਾ ਬਣ ਗਈ ਜੁਗਾਦ ਗੁਰੇ ਨਵੇਂ। ਹੁਣ ਜਿਹੜਾ ਉਹਦੀ ਇੱਛਾ ਨਾਲ ਇੱਥੇ ਪੈਦਾ ਹੋਇਆ, ਇੱਥੇ ਉਹ ਹੋ ਗਿਆ ਸਤਿਗੁਰੇ ਨਵੇਂ। ਉਹਦੇ ਵਰਗਾ ਹੀ ਆ ਉਹ, ਪਰ ਹੈ ਉਹਦੇ ਵਰਗਾ ਹੀ, ਉਹਨੇ ਆਪਣੇ ਵਰਗਾ ਹੀ ਬਣਾ ਲਿਆ। ਕਿ ਪਾਰਸ, ਉਹ ਪਾਰਸ ਨੇ ਪਾਰਸੇ ਪੈਦਾ ਕੀਤਾ, ਸੋਨਾ ਨਹੀਂ ਬਣਾਇਆ, ਪਾਰਸੇ ਬਣਾ ਲਿਆ, ਆਪਣੇ ਵਰਗਾ ਹੀ ਬਣਾ ਲਿਆ। ਲੈਣਾ ਆਪਣੇ ਵਰਗਾ ਹੀ ਬਣਾ ਲਿਆ, ਨਾਨਕ ਨੇ, ਨਾਨਕੇ ਬਣ ਗਿਆ ਲੈਣਾ, ਆਪਣਾ ਰੂਪ ਬਣਾ ਲਿਆ ਉਹਨੇ। ਰੱਬ ਕਾ ਸੇਵਕ, ਹਰ ਕਾ ਸੇਵਕ ਸੋ ਹਰ ਜਿਹਾ, ਬਿਲਕੁਲ ਉਹਦੇ ਵਰਗਾ ਹੀ। ਭੇਦ ਨਾ ਜਾਣਾ ਮਾਨਸ ਦੇ ਆ। ਸਰੀਰ ਛੱਡੋ ਤੁਸੀਂ, ਵੀ ਲੈਣੇ ਦਾ ਹੋਰ ਹੈ, ਨਾਨਕ ਦਾ ਹੋਰ ਹੈ, ਅੰਗਤ ਉਹਦਾ ਅਮਰਦਾਸ ਦਾ ਹੋਰ ਹੈ, ਇਹ ਛੱਡੋ ਸਰੀਰਾਂ ਦੀ ਗੱਲ। ਅੰਦਰ ਦੇਖੋ, ਜੋ ਵਿਵੇਕ ਬੁੱਧੀ ਹੈ, ਇੱਕੋ ਹੀ ਹੈ ਸਾਰਿਆਂ ਦੀ। ਵਿਵੇਕ ਇੱਕੋ ਹੀ ਹੈ ਸਾਰਿਆਂ ਦਾ, ਅਵਸਥਾ ਇੱਕੋ ਹੀ ਹੈ ਸਾਰਿਆਂ ਦੀ। ਉਹ ਹੈ ਸਤਿਗੁਰੇ ਨਵੇਂ। ਪਹਿਲਾਂ ਤਾਂ ਹਾਕਮ ਹੈ, ਪੂਰਨ ਬ੍ਰਹਮ ਹੈ, ਫਿਰ ਹੁਕਮ ਹੈ ਜੁਗਾਦ ਗੁਰੇ ਨਵੇਂ। ਉਹ ਹਾਕਮ ਹੈ, ਜੁਗਾਦ ਗੁਰੇ ਨਵੇਂ ਹੁਕਮ ਹੈ। ਕੁਦਰਤ ਹੈ, ਜਿਹੜੀ ਕੁਦਰਤ, ਉਹ ਕਾਦਰ ਹੈ, ਕੁਦਰਤ ਹੈ। ਸਭ ਤੇਰੀ ਕਾਦਰ, ਤੂੰ ਕੁਦਰਤ, ਤੂੰ ਕਾਦਰ ਕਰਤਾ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ।
ਪਾਕੀ ਨਾ ਹੀ ਪਾਕ। ਹੁਣ ਜਿਹੜਾ ਪਾਕ ਬਣੂ ਤੇਰੇ ਨਾਮ ਨਾਲ ਬਣੂ, ਤੇਰੇ ਉਪਦੇਸ਼ ਨਾਲ ਬਣੂ। ਹੁਣ ਪਾਕ ਪਵਿੱਤ ਜਿਹੜਾ ਹੋ ਜੂ ਉਹ ਸਤਿਗੁਰ ਬਣ ਜੂ। ਉਹਦੇ ਅੰਦਰ ਪਾਕਿਸਤਾਨ ਬਣ ਜੂ। ਪਾਕਿਸਤਾਨ ਬਾਹਰ ਨਹੀਂ ਹੁੰਦਾ, ਪਾਕਿਸਤਾਨ ਅੰਦਰ ਹੀ ਹੁੰਦਾ। ਪਾਕ ਪਵਿੱਤਤਾ ਹੋਇਆ ਪਾਕ ਪਵਿੱਤ। ਉਹਨਾਂ ਦਾ ਤਾਂ ਘਿਓ ਪਾਏ ਤੇ ਹੋਇਆ ਤਾਂ ਬਾਹਰਲਾ, ਅਸੀਂ ਪਾਉਣੇ ਅੰਦਰਲਾ ਮੱਖਣ। ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ। ਜੇ ਗੁਰਬਾਣੀ ਦਾ ਮੱਖਣ ਤਤ ਗਿਆਨ ਖਾ ਗਿਆ, ਪਾਕ ਹੋ ਗਿਆ, ਤਾਂ ਹੋਆ ਪਾਕ ਪਵਿੱਤ। ਇਹ ਸਤਿਗੁਰੇ ਨਵੇਂ ਹੋ ਗਿਆ। ਹੁਣ ਚੌਥੀ ਡਿਗਰੀ ਵਾਲਾ ਕੌਣ ਹੈ? ਸ੍ਰੀ ਗੁਰਦੇਵ ਇਹ ਨਵੇਂ। ਸ੍ਰੀ ਗੁਰਦੇਵ ਇਹ ਨਵੇਂ ਕੌਣ ਹੈ? ਜਦੋਂ ਕੋਈ ਔਗਣ ਕਰਨ ਲੱਗਦਾ ਹੈ, ਇਹ ਜਿਹੜਾ ਇਹਨੂੰ ਰੋਕਦਾ ਅੰਦਰ ਚਿੱਤ, ਨਿਰਮਲ ਬੁੱਧ, ਜਿਹੜੀ ਨਿਰਮਲ ਬੁੱਧ ਹੈ, ਜੇ ਉਹ ਰੋਕਦੀ ਹੈ, ਨਿਰਮਲ ਬੁੱਧ ਸ੍ਰੀ ਗੁਰਦੇਵ ਹੈ। ਬਸ ਜਦ ਨਿਰਮਲ ਬੁੱਧ ਹੋ ਗਈ ਨਾ, ਬਾਲ ਬੁੱਧ, ਉਹਨੂੰ ਸ੍ਰੀ ਗੁਰਦੇਵ ਕਹਿੰਦੇ ਨੇ। ਉਹਨੇ ਡਿਵੈਲਪ ਹੋ ਕੇ ਹੀ ਸਤਿਗੁਰ ਬਣਨਾ। ਉਦੋਂ ਜਿਹੜੇ ਨਿਰਮਲ ਤੇ ਥੱਲੇ ਮਲੀਨ ਵਾਲੇ ਨੇ, ਉਹ ਸਾਖਤ ਦੇ ਚੇਲੇ ਨੇ, ਉਹ ਜੋ ਸਾਖਤ ਦੇ ਥੜੇ ਖੜੇ ਨੇ, ਉਹਨਾਂ ਨੂੰ ਉਪਦੇਸ਼ ਹੋ ਰਿਹਾ। ਉਹ ਰਜੋਗੁਣ ਚ ਵੀ ਨੇ, ਸਤੋਗੁਣ ਚ ਵੀ ਨੇ, ਤਮੋਗੁਣ ਚ ਵੀ ਨੇ। ਤਿੰਨੇ ਤ੍ਰੈਗੁਣੀ ਮਾਇਆ ਨਾ, ਮਾਇਆ ਦੇ ਵਿੱਚ ਨੇ ਉਹ ਸਾਰੇ ਫਸੇ। ਉਹਨਾਂ ਨੂੰ ਉਪਦੇਸ਼ ਕਰਕੇ ਏਦਾਂ ਲਿਆ ਰਹੇ ਆ, ਨਾਮ ਵਾਲੇ ਪਾਸੇ ਦੱਸ ਕੇ। ਤਾਂ ਦੱਸਿਆ ਨਾਮ ਕੇ ਧਾਰੇ। ਨਾਮ ਉਹ ਸਿਮਰਨ ਵੀ ਹੋਰੇ ਲਾਇਆ। ਉਹਨਾਂ ਨੂੰ ਦੱਸਿਆ ਵੀ ਸਿਮਰਨ ਦੇ ਨਾਲ ਆਹ ਕੁਛ ਹੁੰਦਾ, ਜੇ ਆਹ ਕੁਛ ਨਹੀਂ ਹੁੰਦਾ ਤਾਂ ਤੁਹਾਡੇ ਨਾਲ ਠੱਗੀ ਹੋਈ ਹੋਈ ਹੈ। ਠੱਗਾਂ ਤੋਂ ਬਚਾਉਣ ਖਾਤਰ ਇਹ ਸਿਮਰਨ ਦੀ ਵਿਆਖਿਆ, ਨਾਮ ਦੀ ਵਿਆਖਿਆ, ਜਪਣ ਦੀ ਵਿਆਖਿਆ। ਉਹ ਠੱਗੀ ਹੈ ਨਾ, ਬਰਾਬਰ ਹੋਰ ਧਰਮ ਖੜੇ ਨੇ। ਅਸਲ ਕੀ ਹੈ? ਸੱਚਖੰਡ ਵਾਲਿਆਂ ਨੇ ਇਹਨਾਂ ਤੇ ਕਹਾ, ਸਤਿਗੁਰ ਨੇ ਬੋਲਿਆ ਯਾਰ, ਦੱਸਿਆ ਸੱਚਖੰਡ ਵਾਲਿਆਂ ਨਹੀਂ ਹੈ। ਜਿਹੜਾ ਉੱਥੇ ਪ੍ਰਮਾਣ ਸਿਮਰਨਾ ਉਹ ਹੈ, ਜਿਹੜਾ ਇਹ ਹੈ ਉਹ ਠੱਗੀ ਹੈ। ਉੱਥੇ ਨਹੀਂ ਪ੍ਰਮਾਣ, ਉਹਦਾ ਨਹੀਂ ਕੋਈ ਮਿਲਣਾ। ਉਹ ਫੋਕਟ ਧਰਮ ਕਛੂ ਫਲ ਨਾ ਹਨ, ਉਹ ਨੇ। ਸ੍ਰੀ ਗੁਰਦੇਵ ਨਵੇਂ ਆ ਗਿਆ ਚੌਥੇ ਨੰਬਰ ਤੇ। ਨਿਰਮਲ ਬੁੱਧ ਜਿਹੜੀ ਹੈਗੀ ਸ੍ਰੀ ਗੁਰਦੇਵ ਨਵੇਂ। ਇੱਥੋਂ ਫਿਰ ਸਤਿਗੁਰ ਵੱਲ ਨੂੰ ਜਾਊ, ਕਿਉਂਕਿ ਮਲੀਨ ਬੁੱਧ ਨੂੰ ਤਾਂ ਨਵੇਂ ਹੋ ਨਹੀਂ ਸਕਦੀ। ਉਹ ਕਾਹਦੇ ਨਵੇਂ? ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ, ਤਾਂ ਨਵੇਂ। ਉਹਦੇ ਅੰਦਰ ਪਿਆਸ ਜੋ ਜਾਗ ਆਈ, ਇੱਛਾ ਜੋ ਜਾਗ ਆਈ, ਹੁਣ ਬਣ ਜੂਗਾ ਸੋਨਾ। ਅੱਜ ਨਹੀਂ ਤਾਂ ਕੱਲ ਨੂੰ ਮਰ ਜੂ। ਉਹ ਰਾਜੇ ਦੇ ਜਿਹੜਾ ਜੰਮਿਆ ਉਹ ਰਾਜਾ ਹੀ ਆ। ਉਹ ਦੁਨੀਆ ਤਾਂ ਉਹਨੂੰ ਰਾਜਾ ਹੀ ਮੰਨਣ ਲੱਗ ਜਾਂਦੀ ਹੈ ਜੰਮਦੇ ਨੂੰ। ਰਾਜੇ ਦੇ ਬੱਚਾ ਜੰਮਿਆ, ਦੁਨੀਆ ਬਾਦ ਦਾ ਰਾਜਾ ਜੰਮਿਆ। ਰਾਜੇ ਦਾ ਤਾਂ ਚੱਲ ਮੁੰਡਾ ਹੈ, ਰਾਣੀ ਦਾ ਵੀ ਮੁੰਡਾ ਪੁੱਤ ਹੈ ਉਹਨਾਂ ਦਾ ਤਾਂ, ਪਰ ਦੂਜੇ ਵਾਲਾ ਤਾਂ ਰਾਜਾ ਜੰਮਿਆ, ਮੁੰਡਾ ਨਹੀਂ ਜੰਮਿਆ। ਮੁੰਡੇ ਤਾਂ ਲੋਕਾਂ ਦੇ ਜੰਮਦੇ ਹੀ ਨੇ, ਸਾਰਿਆਂ ਦੇ ਹੀ। ਉਹਨਾਂ ਦੇ ਮੁੰਡਾ ਵੀ ਜੰਮਿਆ, ਉਹਨਾਂ ਦੇ ਰਾਜਾ ਜੰਮਿਆ। ਰਾਜੇ ਨੇ ਜਨਮ ਲਿਆ, ਰਾਜਕੁਮਾਰ ਨੇ ਜਨਮ ਲਿਆ। ਇਹ ਰਾਜਕੁਮਾਰ ਹੈ ਸ੍ਰੀ ਗੁਰਦੇਵ। ਮੈਂ ਨੌਤਨ ਚੇਲਾ, ਜਿਹੜਾ ਨੌਤਨ ਚੇਲਾ ਉਹ ਜੰਮਿਆ ਜੋ ਨਵੇਂ ਤਨ ਵਾਲਾ। ਕਈ ਕਬੀਰ ਮਿਲੰਤ ਕੀ ਵੇਲਾ, ਜਾਂ ਮਿਲੂਗਾ ਫਿਰ ਸਤਿਗੁਰ ਬਣ ਜੂਗਾ। ਤੂੰ ਪਿੰਜਰ ਮੈਂ ਸੂਟਾ ਤੋਰ, ਪਿੰਜਰੇ ਚ ਆ ਗਿਆ ਨਾ, ਹੁਕਮ ਚ ਆ ਗਿਆ। ਜਿਹੜਾ ਹੁਕਮ ਚ ਆ ਗਿਆ ਉਹਨੂੰ ਵੀ ਨਮਸਕਾਰ ਹੈ। ਆਪਣਾ ਭਾਣਾ ਤਿਆਗਤਾ, ਨਿਰਮਲ ਬੁੱਧ ਹੈ। ਉਹਦਾ ਆ ਗਿਆ ਹੁਕਮ ਦੇ ਦਾਇਰੇ ਚ ਅੰਦਰ, ਕਹਿੰਦੇ ਉਹਨੂੰ ਵੀ ਨਮਸਕਾਰ ਹੈ। ਉਹ ਮਨ ਆਪਣਾ ਜਿੱਤ ਕੇ ਆਇਆ। ਮਨ ਜਿੱਤੇ ਤੇ ਉਹਨੂੰ ਅੰਦਰ ਆਏ ਨਹੀਂ ਹੁੰਦਾ।
ਮਨ ਤਾਂ ਇੱਥੇ ਜਿੱਤਿਆ ਜਾਂਦਾ, ਪਾਣਾ ਮੰਨਣ ਦੇ ਨਾਲੇ ਮਨ ਜਿੱਤਿਆ ਜਾਂਦਾ। ਮਨ ਬਾਅਦ ਚ ਜਿੱਤਣ ਦੀ ਲੋੜ ਨਹੀਂ, ਮਨ ਜਿੱਤੇ ਤੇ ਬਿਨਾਂ ਤਾਂ ਪਾਣਾ ਹੀ ਨਹੀਂ ਮੰਨਦਾ। ਉਹ ਪਾਣਾ ਮਨਾਉਣਾ ਹੀ ਮਨ ਜਿੱਤਣਾ, ਹੋਰ ਕੁਛ ਵੀ ਨਹੀਂ ਹੈ। ਮਨ ਨਹੀਂ ਤੁਹਾਡਾ ਪਾਣਾ ਨਹੀਂ ਮੰਨ ਲੈਂਦਾ, ਮਨ ਲਾ ਲਓ ਜੋ ਡਰ ਲੱਗਦਾ, ਕੁਛ ਵੀ ਨਹੀਂ ਹੈ ਹੋਰ। ਜਿੱਦਣ ਪਾਣਾ ਮੰਨਣ ਲੱਗ ਗਏ 100%, 20 ਵਿਸਵੇ ਗੁਰ ਕਾ ਮਨ ਮੰਨੈ, ਜਦ 20 ਵਿਸਵੇ ਗੁਰ ਕਾ ਮੰਨਣ ਲੱਗ ਗਏ ਤਾਂ ਮਨ ਜਿੱਤਿਆ ਗਿਆ, ਜਗ ਵੀ ਜਿੱਤਿਆ ਗਿਆ ਨਾਲੇ। ਮਨ ਜੀਤੇ ਜਗ ਜੀਤ, ਇੱਥੇ ਹੀ ਜਿੱਤਿਆ ਜਾਂਦਾ। ਨਿਰਮਲ ਬੁੱਧ ਜਿੱਤ ਲੈਂਦੀ ਹੈ ਜਗ ਤਾਂ। ਅੱਗੇ ਤਾਂ ਫਿਰ ਬਹੁਤ ਪੌੜੀਆਂ ਗਾਹਾਂ ਚੜ੍ਹਦੀਆਂ ਜਾਂਦੀਆਂ ਨੇ, ਫਿਰ ਤਾਂ ਗਾਹਾਂ ਦੀਆਂ ਪੌੜੀਆਂ ਨੇ। ਜਗ ਤਾਂ ਛੇਤੀ ਹੋ ਜਿੱਤਿਆ, ਉਹ ਜਗ ਤਾਂ ਪਖੰਡੀਆਂ ਦੇ ਆ ਕੇ ਪੈਰੀ ਪਈ ਜਾਂਦਾ। ਜਿਹੜੇ ਜੇਲ੍ਹ ਚ ਬੈਠੇ ਨੇ ਇਹਨਾਂ ਦੇ ਜੱਗ ਪੈਰੀ ਪਈ ਜਾਂਦਾ ਸੀ, ਉਹ ਵਿਚਾਰੇ ਅਗਿਆਨੀ ਨੇ। ਨਹੀਂ, ਜਿਹੜੇ ਸੂਝਵਾਨ ਵੀ ਨੇ ਜੱਗ ਦੇ ਵਿੱਚ, ਇਮਾਨਦਾਰ ਵੀ ਨੇ ਜੱਗ ਦੇ ਵਿੱਚ, ਇਮਾਨਦਾਰੀ ਨਾਲ ਟੋਲਦੇ ਨੇ ਜਿਹੜੇ ਜੱਗ ਦੇ ਵਿੱਚ, ਅਜੋ ਜਿਨ੍ਹਾਂ ਦਾ ਮਨ ਮੰਨਿਆ ਨਹੀਂ ਹੋਇਆ, ਅੜਿੱਕੇ ਨੇ ਜਿਨ੍ਹਾਂ ਦੇ ਵਿੱਚ, ਜਿਹੜੇ ਕਹਿੰਦੇ ਨੇ ਮੁਸ਼ਕਲ ਔਖਾ ਹੈ ਬਹੁਤ, ਉਹ ਜਿੱਤੇ ਜਾਂਦੇ ਨੇ। ਉਹੀ ਜੱਗ ਹੈ, ਬਾਕੀ ਤਾਂ 84 ਹੈ। ਉਹ 84 ਤਾਂ ਪਖੰਡੀਆਂ ਨੂੰ ਵੀ ਮੰਨੀ ਜਾਂਦੀ ਹੈ। 84 ਦਾ ਕੀ ਹੈ, ਛੱਡੋ ਇਹਨਾਂ ਦਾ, ਇਹ ਤਾਂ ਪਖੰਡੀਆਂ ਨੂੰ ਮੰਨੀ ਜਾਂਦੀ ਹੈ। 84 ਦੀ ਗੱਲ ਨਹੀਂ, ਟੌਪ ਕਲਾਸ ਦੀ ਗੱਲ ਹੈ। ਇਮਾਨਦਾਰ ਟੌਪ ਕਲਾਸ ਦੇ ਨੇ ਜਿਹੜੇ, ਉਹ ਜਦ ਮੰਨਦੇ ਨੇ ਫਿਰ ਜਗ ਜੀਤ ਹੈ। ਦੁਨੀਆ ਦੇ ਧਰਮਾਂ ਦੇ ਆਗੂ ਜਦ ਜਿਹੜੇ ਪ੍ਰਚਾਰ ਕਰ ਰਹੇ ਨੇ ਇਮਾਨਦਾਰੀ ਨਾਲ ਦੂਜਿਆਂ ਦੇ, ਇਮਾਨਦਾਰੀ ਦੀ ਗੱਲ ਹੈ, ਬੇਈਮਾਨਾਂ ਦੀ ਗੱਲ ਨਹੀਂ ਹੈ। ਬੇਈਮਾਨ ਨਹੀਂ ਮੰਨਦੇ ਹੁੰਦੇ, ਉਹ ਨਾ ਮੰਨ, ਉਹਨਾਂ ਨੂੰ ਆਪਾਂ ਬਣਾਉਣਾ ਵੀ ਨਹੀਂ ਹੈ। ਉਹ ਤਾਂ ਪਰਮੇਸ਼ਰ ਨੂੰ ਨਹੀਂ ਮੰਨਦੇ, ਉਹ ਤਾਂ ਖੜੇ ਨੇ, ਹੰਕਾਰੀ ਨੇ, ਉਹਨਾਂ ਨੂੰ ਨਹੀਂ ਮਨਾਉਣਾ ਆਪਾਂ। ਆਪਾਂ ਸੰਸਾਰ ਦਾ ਰਾਜ ਨਹੀਂ ਲੈਣਾ, ਉਹਨੇ ਰਾਜ ਲੈਣਾ, ਲੜੀ ਜਾਣਦੇ, ਆਪਾਂ ਨੇ ਕੀ ਲੈਣਾ। ਜਗਜੀਤ ਉਹ ਹੈ ਜਿਹਨੇ ਮਨ ਜਿੱਤ ਲਿਆ। ਮਨ ਮਾਇਆ ਮੈਂ ਫਸ ਰਹੇ ਹੋ, ਇਹ ਮਾਇਆ ਚੋਂ ਬਾਹਰ ਕੱਢ ਲਿਆ ਜਦ ਆਪਣਾ ਮਨ, ਉਹਨੇ ਮਾਇਆ ਜਿੱਤ ਲਈ। ਜਗ ਜਿੱਤਣ ਦਾ ਮਤਲਬ ਹੈ ਮਾਇਆ ਜਿੱਤ ਲੈਣੀ। ਆਡੀ ਪਰਬਲ ਮਾਇਆ, ਕਬੀਰ ਕਹਿੰਦਾ ਆਡੀ ਪਰਬਲ ਮਾਇਆ। ਮਾਇਆ ਸਭ ਤੋਂ ਸ਼ਕਤੀਸ਼ਾਲੀ ਹੈ, ਇਹ ਸਾਡੇ ਵਿਰੋਧ ਖੜੀ ਹੈ। ਮਾਇਆ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਇਹ ਜਾਂ ਜਿੱਤ ਲਈ, ਇਹਦੇ ਕਰਕੇ ਹੀ ਨੇ ਸਾਰੇ ਔਗਣ। ਇਹਦਾ ਹੀ ਮੋਹ ਹੈ। ਮੋਹ ਕਿਹਦਾ? ਮਾਇਆ ਦਾ। ਹੰਕਾਰ ਕਾਹਦਾ? ਮਾਇਆ ਦਾ। ਪਿੱਛੇ ਕੀ ਹੈ? ਸਭ ਦੇ ਮਾਇਆ। ਲੋਭ ਕਾਹਦਾ? ਮਾਇਆ ਦਾ। ਕ੍ਰੋਧ ਕਾਹਦਾ? ਮਾਇਆ ਪਿੱਛੇ ਆਉਂਦੀ ਹੈ। ਮਾਇਆ ਪਿੱਛੇ ਆਉਂਦਾ ਕਿ ਮੇਰਾ ਨੁਕਸਾਨ ਕਰਤਾ ਹੈ, ਜਾਂ ਮੈਨੂੰ ਐਂ ਕਹਿਤਾ। ਸੰਸਾਰ ਦੇ ਵਿੱਚ ਵਡਿਆਈ ਕਾਹਦੀ ਹੈ? ਮਾਇਆ ਦੀ। ਕੌਣ ਬੜਾ? ਮਾਇਆ ਵਡਿਆਈ। ਸਭ ਮਾਇਆ ਤੋਂ ਹੀ ਔਗਣ ਪੈਦਾ ਹੋਏ ਨੇ। ਮਾਇਆ ਦਾ ਰੂਪ ਹੈ ਸਭ ਔਗਣ। ਇੱਕ ਪਾਸੇ ਦੋ ਹੀ ਮਾਇਆ, ਇੱਕ ਪਾਸੇ ਸੱਚ ਹੈ, ਇੱਕ ਪਾਸੇ ਝੂਠੀ ਮਾਇਆ। ਦੋ ਹੀ ਤਾਂ ਹੈ, ਇੱਕੋ ਆਪ ਹੈ, ਦੂਈ ਕੌਣ ਹੈ? ਦੂਈ ਮਾਇਆ। ਮਾਇਆ ਦਾ ਕੋੜ ਮਾਇਆ, ਦੂਆ ਸਾਰਾ ਔਗਣ। ਸੱਚ ਦੇ ਸੱਚਖੰਡ ਦਾ ਕੋੜਵਾਂ ਤੈਨ ਗੁਣ, ਔਗਣ ਮਾਇਆ ਦਾ ਕੋੜ ਮੈਂ ਸਾਰਾ। ਇਹ ਕੁਨਵਾ ਉਹਦਾ ਭਾਨਵਤੀ ਦਾ, ਜਿਹੜਾ ਭਾਨਵਤੀ ਦਾ ਕਹਿੰਦੇ ਨੇ ਨਾ ਟੱਬਰ, ਉਹ ਮਾਇਆ ਦਾ ਟੱਬਰ ਇਹੀ ਆ, ਉਹ ਔਗਣ। ਭਾਨਵਤੀ ਨੇ ਕਹੀਂ ਕੀਟ ਕਹੀਂ ਕਾ ਰੋੜਾ, ਭਾਨਵਤੀ ਨੇ ਕੁਨਵਾ ਜੋੜਾ। ਇਹ ਤਾਂ ਭਾਨਵਤੀ ਦਾ ਕੁਨਵਾ ਹੈ। ਉਹ ਵੀ ਧਰਮ ਆ ਗਿਆ ਵਿੱਚ, ਉਹ ਵੀ ਆ ਗਿਆ, ਉਹ ਵੀ ਆਵੇ, ਕਿਤੇ ਦੀ ਇੱਟ ਕਿਸੇ ਦਾ ਰੋੜਾ ਇਕੱਠਾ ਹੋ ਕੇ ਭਾਨਵਤੀ ਦਾ ਕੁਨਵਾ ਜੁੜ ਗਿਆ। ਇਹ ਭਾਨਵਤੀ ਦਾ ਇਹੀ ਹੈ, ਭਾਨਵਤੀ। ਹਾਂਜੀ, ਅੱਗੇ ਆ ਗਿਆ ਹੁਣ ਸ੍ਰੀ ਗੁਰਦੇਵ ਇਹਨਾਂ ਮੈਂ, ਇਹ ਆ ਕੇ ਚੌਥੇ ਨੰਬਰ ਤੇ ਫਾਈਨਲ ਹੋ ਗਏ। ਇਦੋਂ ਸ੍ਰੀ ਗੁਰਦੇਵ ਤੇ ਜਿਹੜੇ ਘੱਟ ਵਾਲੇ ਨੇ, ਨਿਰਮਲ ਬੁੱਧ ਤੇ ਘੱਟ ਵਾਲਿਆਂ ਦੇ ਧਰਮ ਨੇ, ਬਾਕੀ ਸਾਰੇ ਬਣਾਏ ਹੋਏ। ਜਦ ਨਿਰਮਲ ਬੁੱਧ ਹੋ ਗਈ ਫਿਰ ਧਰਮ ਇੱਕੋ ਹੀ ਹੈ ਸਭ ਦਾ, ਫਿਰ ਦੂਆ ਨਹੀਂ ਹੈ। ਜਿਨ੍ਹਾਂ ਦੀ ਬੁੱਧ ਨਿਰਮਲ ਹੈ ਉਹਨਾਂ ਦਾ ਧਰਮ ਇੱਕੋ ਹੀ ਹੈ। ਉਹ ਕੀ ਹੈ? ਇਮਾਨਦਾਰੀ, ਸ਼ੁੱਧ ਹਿਰਦਾ।
ਗੁਣੇ ਗੁਣ ਔਗਣ ਕੋਈ ਹੈ ਨਹੀਂ, ਪਰਮਾਰਥ ਸਵਾਰਥ ਹੈ ਨਹੀਂ, ਸਵਾਰਥ ਔਗਣ ਉਹ ਇੱਥੇ ਆ ਕੇ ਇਕਮਤ ਹੁੰਦੇ ਨੇ। ਕਿਸੇ ਵੀ ਧਰਮ ਚੋਂ ਆ ਜਾਣ, ਉੱਥੇ ਕਹਿੰਦੇ ਨੇ ਜਿੱਤ ਦੁਆਰੇ ਉਭਰੇ ਤੇ ਨਹੀਂ ਉਬਾਰ। ਇੱਥੇ ਤੱਕ ਕਿਸੇ ਵੀ ਦੁਆਰੇ ਚ ਹੀ ਆ ਜਾਵੇ, ਇਸਲਾਮ ਚ ਹੀ ਆ ਜਾਵੇ, ਯਹੂਦੀਆਂ ਚ ਹੀ ਆ ਜਾਵੇ, ਈਸਾਈਆਂ ਚ ਹੀ ਆ ਜਾਏ, ਬੋਧੀਆਂ ਚ ਹੀ ਆ ਜਾਏ, ਹਿੰਦੂਆਂ ਦੇ ਕਿੰਨੇ ਹੀ ਫਿਰਕੇ ਨੇ ਉਧਰ ਦੀ ਆ ਜਾਏ, ਜੋਗੀਆਂ ਚ ਆ ਜਾਏ, ਵਿਰਾਗੀਆਂ ਚ ਆ ਜਾਏ, ਉਦਾਸੀਆਂ ਚ ਆ ਜਾਏ, ਕਿਸੇ ਦੇ ਵਿੱਚ ਦੀ ਵੀ ਆ ਜਾਏ, ਕਬੀਰ ਪੰਥੀ ਆ ਜਾਏ, ਰਵਿਦਾਸ ਪੰਥੀ ਆ ਜਾਏ, ਕੋਈ ਵੀ ਆ ਜਾਏ, ਇਸ ਅਵਸਥਾ ਚ ਆਇਆ ਸਭ ਇੱਕ ਹੋ ਜਾਂਦੇ ਨੇ ਅੱਗੇ। ਇਸ ਅਵਸਥਾ ਵਾਲੇ ਆਦਮੀ ਜੇ ਅੱਜ ਇਕੱਠੇ ਹੋ ਜਾਂਦੇ ਨੇ, ਜਦ ਵੀ ਇਕੱਠੇ ਹੋ ਜਾਂਦੇ ਨੇ, ਇਸ ਅਵਸਥਾ ਵਾਲੇ ਆਦਮੀ ਜਦ ਵੀ ਇਕੱਠੇ ਹੋ ਜਾਂਦੇ ਨੇ ਸਾਰੇ ਧਰਮਾਂ ਦੇ, ਉਦੋਂ ਯੁੱਗ ਪਲਟ ਜਾਂਦਾ ਹੈ, ਸਤਿਯੁਗ ਲੱਗ ਜਾਂਦਾ ਬਸ। ਨਹੀਂ ਤਾਂ ਇਹਨਾਂ ਨੂੰ ਧਰਮਾਂ ਨੂੰ ਆਪਸ ਵਿੱਚ ਹੀ ਲੜਾਉਣ ਵਾਲੇ ਲੜਾਉਂਦੇ ਰਹਿੰਦੇ ਨੇ, ਇੱਕ ਦੂਜੇ ਦੇ ਨੇੜੇ ਨਹੀਂ ਆਉਣ ਦਿੰਦੇ। ਜੇ ਨੇੜੇ ਆ ਜਾਣ ਤਾਂ ਉਹਨਾਂ ਦੀ ਮੌਤ ਹੈ, ਜੇ ਇਹ ਇਕੱਠੇ ਹੋ ਗਏ ਉਹਨਾਂ ਦੀ ਮੌਤ ਹੈ। ਜੇ ਉਹਨਾਂ ਦੀ ਚੌਧਰ ਗਈ ਮੌਤ ਖਾਦੀ ਹੈ, ਚੌਧਰ ਚਲੀ ਗਈ ਉਹਨਾਂ ਦੀ। ਨਹੀਂ ਤਾਂ ਇਹਨਾਂ ਨੂੰ ਪੁੱਛਦਾ ਕੋਈ ਨਹੀਂ, ਸਚਿਆਰਿਆਂ ਨੂੰ, ਕੂੜਿਆਰਾਂ ਦੀ ਚੌਧਰ। ਰਾਜ ਵੀ ਉਹਨਾਂ ਕੋਲ ਹੈ, ਝੂਠ ਬੋਲਦੇ ਨੇ, ਪਬਲਿਕ ਨੂੰ ਠੱਗਦੇ ਨੇ, ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਧਾਰਮਿਕ ਵੀ ਉਹੀ ਨੇ, ਦੋਹਾਂ ਦੀ ਮਿਲੀ ਭੁਗਤ ਹੈ। ਸਿਆਸਤ ਵਾਲੇ ਵੀ ਉਹੀ ਨੇ, ਧਰਮ ਵਾਲੇ ਵੀ ਉਹੀ ਨੇ, ਅਦਾਲਤਾਂ 'ਚ ਵੀ ਉਹੀ ਨੇ, ਥਾਣਿਆਂ 'ਚ ਵੀ ਉਹੀ ਨੇ, ਪਾਵਰ 'ਚ ਉਹੀ ਨੇ, ਪਾਵਰ 'ਚ। ਇਹ ਹੈ ਨਕਸ਼ਾ ਸੰਸਾਰ ਦਾ। ਨਕਸ਼ਾ ਪਬਲਿਕ ਦੁਖੀ ਰਹੂਗੀ ਜੇ ਔਗਣਾਂ ਦਾ ਰਾਜ ਹੋਊਗਾ, ਪਬਲਿਕ ਦੁਖੀ ਰਹੂ, ਸੁਖੀ ਹੋ ਨਹੀਂ ਸਕਦੀ। ਜਿਉਂ-ਜਿਉਂ ਸਵਾਰਥ ਦੀ ਬੁੱਧੀ ਵਿੱਚ ਸਵਾਰਥ ਤੀਬਰ ਹੁੰਦਾ ਜਾਊ, ਤੀਬਰ ਇੱਛਾ, ਸਵਾਰਥੀ ਇੱਛਾ ਸ਼ਕਤੀਸ਼ਾਲੀ ਹੁੰਦਾ ਜਾਊ ਸਵਾਰਥ, ਤਿਉਂ ਜਿਹੜਾ ਜਹਾਜ਼ ਹੈ ਡੋਲਣ ਲੱਗ ਜੂਗਾ, ਸ੍ਰਿਸ਼ਟੀ ਰੋਲਣ ਲੱਗ ਜੂਗੀ, ਕਿਸੇ ਵੇਲੇ ਵੀ ਵਿਸਫੋਟ ਹੋ ਸਕਦਾ। ਜ਼ਿਆਦਾ ਸਵਾਰਥ ਜਾਂ ਵੱਧ ਜਾਂਦਾ, ਬਸ ਫੇਰ ਪਤਾ ਨਹੀਂ ਕਿਹੜੇ ਵੇਲੇ ਗੱਡੀ ਪਾਸ ਮਾਰ ਜਾਣੀ ਹੈ, ਵੜਵਾਰ ਹੋ ਜਾਣੀ ਹੈ, ਜਾਂ ਫਿਰ ਪਰਮੇਸ਼ਰ ਹੈ ਜਾਂ ਕੰਮ ਕਰ ਦਿੰਦਾ, ਕਰੋਨਾ ਬਣ ਗਿਆ, ਖਬਰ ਹੈ ਕੱਲ ਨੂੰ ਕੋਈ ਹੋਰ ਤੋਂ ਵਧੀਆ ਕਰ ਦੇਵੇ, ਕਰੋਨਾ ਤੋਂ ਵੀ ਵਧੀਆ। ਉਹਦੇ ਕੋਲ ਕਿਹੜਾ ਘੱਟ ਹੈ, ਉਹਦੇ ਘਰ ਤਾਂ ਸਭ ਕੁਛ ਹੈ। ਇਹ ਤਾਂ ਐਵੇਂ ਮਾੜਾ ਜੀ ਉਹ ਗੱਲ ਹੈ, ਕਰੋਨਾ ਕੋਈ ਖਾਸ ਨਹੀਂ ਹੈ, ਕੋਈ ਔਖਾ ਤਾਂ ਹੈ ਨਹੀਂ ਹੈ, ਕੋਈ ਕਿੰਨੇ ਕੁ % ਇੱਥੇ ਕੁਛ ਵੀ ਨਹੀਂ, ਉਹ ਡਰਾਈ ਨੇ, ਗੱਲ ਕੋਲ ਨਹੀਂ ਖਾਸ ਹੈਗੀ ਹੈ। ਇੱਕ ਗੱਲ ਹੈ ਜਿਹਦਾ ਕਨਫੀਡੈਂਸ ਹੈ ਉਹ ਮਰਦਾ ਹੀ ਨਹੀਂ ਇੱਥੇ ਇਹਦੇ ਨਾਲ, ਜਿਹਦਾ ਭਰੋਸਾ ਪਰਮੇਸ਼ਰ ਤੇ ਉਹ ਨਹੀਂ ਮਿਲਦਾ, ਉਹਦੇ ਤੇ ਹੈ ਹੀ ਨਹੀਂ। ਇਹ ਮਰਨਗੇ ਬੇਭਰੋਸੇ ਵਾਲੇ, ਜੇ ਡਰ ਜਾਣਗੇ, ਉਹ ਡਰ ਅੰਦਰ ਪਾਪ ਕੰਬਦੇ ਨੇ, ਜੋ ਬੁਰਾਈ ਕੀਤੀ ਹੋਈ ਲੈ ਵੀ ਮੈਂ ਗਿਆ, ਮੇਰੇ ਜਿਹੜੇ ਪਾਪ ਨੇ ਮੈਨੂੰ ਪੈ ਗਏ। ਇੱਕ ਪ੍ਰਚਾਰ ਇਹੋ ਜਿਹਾ ਹੋ ਜਾਂਦਾ ਵੀ ਪਾਪੀ ਹੋ ਜਾਣੇ ਨੇ, ਉਹਨੂੰ ਪਾਪੀ ਜ਼ਿਆਦਾ ਡਰ ਜਾਂਦੇ ਨੇ, ਹਾਰਟ ਅਟੈਕ ਹੋ ਕੇ ਮਰ ਜਾਂਦੇ ਨੇ। ਹੁਣ ਉਹ ਹਾਰਟ ਅਟੈਕ ਨੂੰ ਅੰਦਰ ਪਾਪ ਕਹਿੰਦੇ ਜਾਂ ਅੰਦਰ ਕੰਬਦੇ ਨੇ, ਪਾਪ ਤਿੰਨ ਭੀਤਰ ਕੰਪੈ, ਕਦ ਕੰਬਦੇ ਨੇ ਪਾਪ, ਜਦ ਪ੍ਰਚਾਰ ਸੱਚ ਦਾ ਬਾਹਰ ਆ ਜਾਂਦਾ ਪਬਲਿਕ 'ਚ। ਉਹਨਾਂ ਨੂੰ ਵੀ ਸੱਚ ਦਾ ਪ੍ਰਚਾਰ ਦਾ ਪਤਾ ਨਹੀਂ ਹੁੰਦਾ, ਪਹਿਲਿਆਂ ਨੂੰ ਆਪਣੇ ਆਪ ਨੂੰ ਸਜਾੜੀ ਸਮਝਦੇ, ਧਾਰਮਿਕ ਸਮਝਦੇ ਨੇ। ਜਦ ਉਹਨਾਂ ਨੂੰ ਸ਼ੀਸ਼ਾ ਦਿਖ ਜਾਂਦਾ ਨਾ ਵੀ ਤੁਸੀਂ ਜੋ ਕਰ ਰਹੇ ਹੋ ਅਸਲੀ ਧਰਮ ਦਾ, ਤਾਂ ਪਤਾ ਉਹਨਾਂ ਨੂੰ ਵੀ ਸਾਨੂੰ ਪਤਾ ਹੈ ਨਹੀਂ, ਪਰ ਇਹ ਲੋਕਾਂ ਨੂੰ ਤਾਂ ਅਸੀਂ ਧਾਰਮਿਕ। ਹੁਣ ਜਿਹੜੇ ਸਾਡੇ ਸਾਧੂ ਨੇ, ਸੰਤ ਨੇ, ਸਾਰੇ ਧਰਮਾਂ ਦੇ ਵਿੱਚ ਆਗੂ ਨੇ, ਉਹ ਆਪਣੇ ਆਪ ਨੂੰ ਦੂਜੇ ਆਮ ਪਬਲਿਕ ਦੇ ਹਿਸਾਬ ਨਾਲ ਤਾਂ ਠੀਕ ਸਮਝਦੇ ਹੀ ਨੇ। ਬਹੁਤ ਆਦਮੀ ਠੀਕ ਨੇ, ਚੰਗੇ ਵੀ ਨੇ, ਅਸਲ ਦਾ ਗਿਆਨ ਨਹੀਂ ਹੈ ਉਹਨਾਂ ਨੂੰ। ਉਹ ਥੋੜੇ ਨੇ ਚੰਗੇ, ਠੱਗ ਜ਼ਿਆਦਾ ਨੇ। ਉਹਦੇ ਚੰਗੇ ਨੇ ਵਿਚਾਰੇ ਚੁੱਪ ਕੀਤੇ ਹੋਏ ਨੇ। ਜਦੋਂ ਸੱਚ ਦਾ ਪਤਾ ਲੱਗਦਾ ਹੈ ਤਾਂ ਪਾਪੀ ਜਿਹੜੇ ਲੋਕ ਨੇ, ਉਹਨਾਂ ਦੇ ਪਾਪ ਅੰਦਰ ਉਹਨਾਂ ਨੂੰ ਫਿਕਰ ਪੈ ਜਾਂਦਾ ਜੋ ਕੁਛ ਅਸੀਂ ਅੱਜ। ਹੁਣ ਸਿਮਰਨ ਦੀ ਗੱਲ ਹੈ, ਜਿਹੜੇ ਲੋਕ ਸਿਮਰਨ ਕਰਦੇ ਸੀ, ਕਰਾਉਂਦੇ ਸੀ, ਸਾਰੇ ਨੰਗੇ ਹੋ ਗਏ ਵੀ ਸਿਮਰਨ ਗਲਤ ਹੈ ਤੁਹਾਡਾ, ਕਿਉਂਕਿ ਗੁਰਬਾਣੀ ਨੂੰ ਮੰਨ ਬੈਠੇ ਲੋਕ ਪਹਿਲਾਂ,
ਅਰਥਾਂ ਦਾ ਪਤਾ ਨਹੀਂ ਸੀ, ਇਹ ਵੀ ਮੰਨ ਬੈਠੇ ਤੁਰਕੀ ਬਾਣੀ ਹੈ, ਜੋ ਕੁਛ ਮੰਨਿਆ ਹੋਇਆ। ਅੱਜ ਇਹਦੇ ਅਰਥ ਸਹੀ ਆਏ, ਥੋੜੇ ਕੰਬ ਗਏ। ਉਹਨਾਂ ਕੋਲ ਤਾਂ ਬੁੱਧ ਹੈ ਨਹੀਂ, ਇਹਨੂੰ ਸਾਬਤ ਕਰ ਦੇਣ ਵੀ ਇਹ ਗਲਤ ਹੈ। ਔਰ ਵੇਦ ਵਿੱਚ ਵੀ ਇਹੀ ਹੈ, ਵੇਦ ਨੂੰ ਅੱਜ ਤੱਕ ਕੋਈ ਚੈਲੰਜ ਕਰ ਸਕਿਆ ਹੀ ਨਹੀਂ, ਤੇ ਨਾ ਗੁਰਬਾਣੀ ਨੂੰ ਚੈਲੰਜ ਕਰ ਸਕਿਆ ਕੋਈ। ਬੰਦਿਆਂ ਨੂੰ ਚੈਲੰਜ ਕੀਤਾ ਹੈ, ਜਿਵੇਂ ਗੁਰੂ ਨਾਨਕ ਗੁਰੂ ਉਹ ਕਹਿੰਦਾ ਜੀ, ਉਹ ਜੀ ਸੰਸਕ੍ਰਿਤ ਨਹੀਂ ਸੀ ਪੜ੍ਹੇ ਹੋਏ, ਦਿਆਨੰਦ ਨੇ, ਤੂੰ ਬੜੀ ਸੰਸਕ੍ਰਿਤ ਪੜ੍ਹਿਆ ਸੀ, ਕਿਹੜੇ ਸੰਸਕ੍ਰਿਤ ਦੇ ਗ੍ਰੰਥ ਲਿਖਿਆ ਵੀ ਰੱਬ ਦੋ ਹੁੰਦੇ ਨੇ? ਕੋਈ ਦੁਨੀਆ ਦਾ ਧਰਮ ਦੋ ਰੱਬ ਨਹੀਂ ਮੰਨਦਾ, ਤੂੰ ਰੱਬ ਦੋ ਮੰਨਦਾ, ਤੂੰ ਪਰਮਾਤਮਾ ਦੋ, ਉਹ ਪਰਮਾਤਮਾ ਦੋ ਮੰਨਦਾ ਹੈ ਸਤਿਆਸ ਪ੍ਰਕਾਸ਼ ਦੇ ਵਿੱਚ। ਦੁਨੀਆ ਦਾ ਕੋਈ ਮਤ ਨਹੀਂ ਮੰਨਦੀ, ਇਹਨਾਂ ਦੇ ਤੇਰੇ ਉਹਦੇ ਹਸਪਤਾਲ ਬਣਾਤੇ ਦਿਆਨੰਦ ਦੇ ਨਾਂ ਤੇ। ਕਿਉਂ? ਪਤਾ ਲੱਗਦਾ ਉਹਨੇ ਦੋ ਕਹਿ ਕੇ ਦੇਹ ਧਾਰੀ ਜਿਹੜਾ ਸੀ ਕ੍ਰਿਸ਼ਨ, ਉਹ ਨਹੀਂ ਜਸਟੀਫਾਈ ਕਰਤੇ, ਆਪਣੇ ਅਵਤਾਰ ਜਸਟੀਫਾਈ ਕੀਤੇ ਨੇ, ਦੋ ਕਹਿ ਕੇ। ਮੂਰਤੀ ਪੂਜਾ ਜਸਟੀਫਾਈ ਕੀਤੀ ਹੈ ਦੋ ਕਹਿ ਕੇ, ਉਹਨੂੰ ਨਿਰਗੁਣ ਸਾਬਤ ਕਰਤਾ, ਇਹਨੂੰ ਸਰਗੁਣ ਕਰਤਾ। ਇਹ ਕੁਝ ਕਰ ਸਕਦਾ ਮੌਕੇ ਦੇ ਉੱਤੇ ਆ ਕੇ? ਉਹ ਕੁਝ ਕਰ ਨਹੀਂ ਸਕਦਾ। ਯਾਨੀ ਅਸਲੀ ਤਾਂ ਕੁਝ ਨਹੀਂ ਕਰ ਸਕਦਾ। ਗੁਰਬਾਣੀ ਨੇ ਉਲਟਾ ਕਿਹਾ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਸਰਗੁਣ ਤੂੰ ਹੈ ਮੈਂ ਨਿਰਗੁਣ। ਨਿਰਗੁਣ ਯਾਰੇ ਕੀ ਬੇਨਤੀ ਸੁਣੋ ਗਰੀਬ ਨਵਾਜ। ਹਮ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ। ਇਹ ਸਾਰੀਆਂ ਹੀ ਗੱਲਾਂ ਨਿਰਗੁਣ ਜਿਹੜੇ ਮੰਨਦੇ ਨੇ ਬ੍ਰਹਮ ਨੂੰ ਨਿਰਗੁਣ ਹੈ, ਇਹ ਸਰਗੁਣ ਹੈ, ਇਹ ਤੇ ਖਿਲਾਫ ਨੇ ਸਾਰੀਆਂ ਗੱਲਾਂ ਕਹੀਆਂ ਹੋਈਆਂ। ਸਰਗੁਣ ਨਿਰਗੁਣ ਅਸੀਂ ਸਾਡੇ ਟੀਕੇ 'ਚ ਹਿੰਦੂਆਂ ਵਾਲਾ ਲੱਗਿਆ ਹੋਇਆ। ਸਰਗੁਣ ਨਿਰਗੁਣ ਹਿੰਦੂਆਂ ਵਾਲਾ, ਤੇ ਅਰਥ ਕਿਹੜੇ ਹੋਣ ਤੇ ਹਿੰਦੂਆਂ ਵਾਲੇ। ਸਾਡੇ ਕਾ ਸਰਗੁਣ ਨਿਰਗੁਣ ਨਿਰੰਕਾਰ, ਇਹਦੇ ਵਿੱਚ ਇਹ ਹੋਊਗਾ ਸੁਖਮਨੀ ਸਾਹਿਬ 'ਚ ਗਾਹਾਂ ਜਾ ਕੇ, ਸਰਗੁਣ ਨਿਰਗੁਣ ਨਿਰੰਕਾਰ ਸੁਰਨ ਸਮਾਧੀ ਆਪ। ਉਹ ਸੁਰਨ ਸਮਾਧੀ ਜਾ ਸੀਗਾ ਆਦਿ ਗੁਰੇ ਨੂੰ ਮੈਂ, ਆਦਿ ਗੁਰੇ ਨੂੰ ਮੈਂ ਸਰਗੁਣ ਨਿਰਗੁਣ ਨਿਰੰਕਾਰ ਸੁਰਨ ਸਮਾਧੀ ਆਪ। ਸੁਰਨ ਸਮਾਧ ਸਰਗੁਣ ਨਿਰਗੁਣ ਇਕੱਠੇ ਹੀ ਨੇ। ਸਰਗੁਣ ਆਪ, ਨਿਰਗੁਣ ਵੀ ਉਹੀ, ਸਰਗੁਣ ਵੀ ਉਹੀ ਹੈ, ਨਿਰਗੁਣ ਵੀ ਉਹੀ ਹੈ। ਉਹਦੇ ਚੋਂ ਮਨ ਪੈਦਾ ਹੁੰਦਾ, ਨਿਰਗੁਣ ਹੈ ਉਹ ਇੱਕ। ਜਾਂ ਦਾਲ ਹੁੰਦੀ ਆ ਤਾਂ ਨਿਰਗੁਣ ਹੈ ਤਾਂ ਸਰਗੁਣ ਹੈ, ਦੋਏ ਨਿਰਾਕਾਰ ਨੇ। ਸਰਗੁਣ ਆਪ, ਨਿਰਗੁਣ ਵੀ ਉਹੀ। ਕਲਾ ਧਾਰਨ ਸਗਲੀ ਮੋਹੀ। ਜਾਂ ਕਲਾ ਧਾਰਦਾ, ਜਾਂ ਬੁੱਧ ਦਾ ਪ੍ਰਕਾਸ਼ ਕਰਦਾ, ਸਾਰੇ ਹੀ ਆ ਜਾਂਦੇ ਨੇ, ਮੋਹੇ ਜਾਂਦੇ ਨੇ ਧਰਮ। ਸਾਰੇ ਹੀ ਧਰਮ ਮੰਨ ਲੈਂਦੇ ਨੇ, ਮੰਨੇ ਹੋਏ ਨਹੀਂ ਹੁਣ। ਕਿਉਂ? ਸਾਰਿਆਂ 'ਚ ਪ੍ਰੇਮ ਪੈਦਾ ਹੋ ਗਿਆ, ਮੋਹ ਪੈਦਾ ਹੋ ਗਿਆ ਨਾ। ਮੋਹੀ ਖਿੱਚ ਪੈਦਾ ਕਰਨੀ, ਖਿੱਚ ਪੈਦਾ, ਮੋਹ ਨੂੰ ਖਿੱਚ ਨੂੰ ਮੋਹ ਕਹਿੰਦੇ ਨੇ। ਜਿਵੇਂ ਮੈਗਨੇਟ ਦੇ ਵਿੱਚ ਖਿੱਚ ਹੁੰਦੀ ਆ ਨਾ, ਉਹਦੀ ਖਿੱਚ ਹੁੰਦੀ ਆ। ਬਾਹਰਲੀ ਜਿਹੜੀ ਖਿੱਚ ਹੈ ਮੋਹ ਹੈ, ਉਹ ਖਿੱਚੇ ਪ੍ਰੇਮ 'ਚ ਬਦਲ ਜਾਂਦੀ ਹੈ। ਪ੍ਰੇਮ ਦੀ ਡੋਰੀ ਹੁੰਦੀ ਹੈ, ਉਹ ਵੀ ਖਿੱਚੇ। ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ, ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੱਚੈ ਤਿਨ ਜਾਈਏ। ਜਿਵੇਂ ਜਿਵੇਂ ਖਿੱਚਦਾ ਉਹਦੇ ਨੇੜੇ ਨੂੰ, ਆਪਣੇ ਖਿੱਚ ਕੇ ਨੇੜੇ ਨੂੰ ਆ ਰਿਹਾ ਆਪਣੇ ਸਾਰਿਆਂ ਨੂੰ। ਇਹ ਗੁਰਬਾਣੀ ਸਪਸ਼ਟ ਗੱਲ ਕਰ ਰਹੀ ਹੈ। ਸਾਡੇ ਕੀ ਰੰਗੀ ਜੋੜ, ਅਜੋ ਤੱਕ ਨਾਮ ਦਾ ਨਹੀਂ ਪਤਾ ਲੱਗਿਆ ਸਿੱਖਾਂ ਨੂੰ ਕੀ ਹੁੰਦਾ, ਕਿਵੇਂ ਜਪਣਾ, ਸਿਮਰਨ ਦਾ ਨਹੀਂ ਪਤਾ। ਫਿਰ ਤੁਹਾਨੂੰ ਪਤਾ ਕੀ ਹੈ ਸਿੱਖੀ ਦਾ? ਅਜੋ ਤਾਂ ਤੁਸੀਂ ਨਾਮ ਦੇ ਸੈਮੀਨਾਰ ਕਰਾ ਰਹੇ ਹੋ, ਨਾਮ ਦੇ ਉੱਤੇ ਮੈਂ ਕਿਹਾ ਵੀ ਸੈਮੀਨਾਰ ਵੀ ਕਰਵਾ ਰਹੇ ਹੋ, ਨਾਮ ਜਪ ਵੀ ਰਹੇ ਹੋ। ਸੈਮੀਨਾਰ ਤਾਂ ਕਰਵਾ ਰਹੇ ਹੋ, ਤੁਹਾਨੂੰ ਗਿਆਨ ਨਹੀਂ ਨਾਮ ਦਾ। ਜਿਹੜੀਆਂ ਚੀਜ਼ਾਂ ਦਾ ਗਿਆਨ ਨਹੀਂ ਹੈ ਸੈਮੀਨਾਰ, ਉਹਨਾਂ ਦੇ ਉੱਤੇ ਹੁੰਦੇ ਨੇ, ਤਾਂ ਕਿ ਪਤਾ ਲੱਗੇ ਹੈ ਕੀ ਹੈ। ਫਿਰ ਜਪ ਕੀ ਰਹੇ ਹੋ ਤੁਸੀਂ?
ਫਿਰ ਰਿਜ਼ਲਟ ਕੋਈ ਨਹੀਂ ਕੱਢਦੇ। ਸੈਮੀਨਾਰ ਕਰਵਾ ਲਿਆ, ਅੱਜ ਵਿਚਾਲੇ ਗੱਲ ਛੱਡੀ, ਬਸ ਸੈਮੀਨਾਰ ਕਰਵਾਓ, 1 ਸਾਲ ਕਰਦੇ ਰਹੋ ਸੈਮੀਨਾਰ, ਰਿਜ਼ਲਟ ਤਾਂ ਕੱਢੋ ਕੁਝ। ਨਹੀਂ ਜੀ ਨਹੀਂ, ਬਸ ਏਦਾਂ ਹੀ ਹੁੰਦਾ ਸਾਡੇ ਤਾਂ ਯੂਨੀਵਰਸਿਟੀਆਂ। ਮਾਂ ਤੁਸੀਂ ਕਰੋ ਫਿਰ ਇਹ ਕੰਮ, ਮੈਂ ਸੈਮੀਨਾਰ ਜਾਣੇ ਛੱਡਦਾ। ਸਿਰ ਪੈਸੇ ਅੱਜ ਕਰਨ ਨੂੰ ਸੈਮੀਨਾਰ ਕਰਦੇ ਹੋ, ਪਖੰਡ ਕਰਦੇ ਸੀ ਸਾਰੇ, ਝੂਠੇ ਸੀ ਜਾਂ ਝੂਠ ਰੰਗਾ ਹੁੰਦਾ। ਅੱਛਾ ਆ ਮੈਨੂੰ ਕਿਹਾ ਸੀ ਪਟਿਆਲੇ, ਬਈ ਤੁਸੀਂ, ਉਹ ਪਟਿਆਲੇ ਚੰਗਾ ਸੀ, ਉਹ ਪ੍ਰੋਫੈਸਰ ਸੀ, ਉਹ ਤੇ ਪੜ੍ਹਾਏ DC ਨੇ ਸੈਂਕੜੇ ਲੱਗੇ ਹੋਏ। ਬ੍ਰਿਜਪਾਲ ਸਿੰਘ ਦੇ ਪਟਿਆਲੇ ਦਾ ਬੜਾ ਨੇਕ ਆਦਮੀ ਸੀ, ਹੁਣ ਤਾਂ ਸ਼ਾਇਦ ਨਾ ਹੋਵੇ, ਕੋਈ 20 ਸਾਲ ਪਹਿਲਾਂ, 18 ਸਾਲ ਪਹਿਲਾਂ ਦੀ ਗੱਲ ਹੈ, 2002 ਦੀਆਂ ਗੱਲਾਂ ਨੇ ਇਹ। ਉਹ ਮੈਨੂੰ ਕਹਿੰਦਾ ਵੀ ਤੁਸੀਂ ਲੈਕਚਰ ਦਿਓ। ਮੈਂ ਲੈਕਚਰ ਕਰਦਾ ਹੁੰਦਾ ਸੀ ਉੱਥੇ, ਹਫ਼ਤੇ 'ਚ 1 ਦਿਨ ਹੁੰਦਾ ਸੀ। ਕਹਿੰਦਾ, ਮੈਂ ਕਿਹਾ ਦੱਸੋ ਕਾਹਤੇ ਕਰਾਂ? ਕਹਿੰਦਾ ਇਹ ਵੀ ਨਹੀਂ ਮੈਂ ਦੱਸਣਾ, ਤੁਸੀਂ ਦੱਸੋ ਸਾਨੂੰ, ਤੁਹਾਨੂੰ ਜ਼ਿਆਦਾ ਪਤਾ। ਕਹਿੰਦਾ ਮੈਂ ਪੜ੍ਹਾਉਣਾ, ਮੈਂ ਉਹਨਾਂ ਦੀ ਮਰਜ਼ੀ ਦਾ ਥੋੜ੍ਹੀ ਪੜ੍ਹਾਉਣਾ, ਆਪਣੀ ਮਰਜ਼ੀ ਦਾ ਪੜ੍ਹਾਉਣਾ। ਤਾਂ ਉਹਨਾਂ DC ਪੜ੍ਹਨਾ, ਤੁਸੀਂ ਆਪਣੀ ਮਰਜ਼ੀ ਦਾ ਪੜ੍ਹਾ ਕੇ ਸਾਨੂੰ ਆਪਣੇ ਵਰਗੇ ਬਣਾਉਣਾ। ਦੇਖੋ ਨਾ, ਇੱਕ ਆਦਮੀ ਐਡਾ ਅਕੈਡਮੀ ਸੀ ਉਹਦੀ ਅਕੈਡਮੀ ਦੇ ਵਿੱਚ ਵੀ ਜਾ ਕੇ ਮੈਂ 2 ਵਾਰ ਲੈਕਚਰ ਕਰਕੇ ਆਇਆ। ਇਮਾਨਦਾਰ ਆਦਮੀ ਸੀ ਪੂਰਾ, ਨੇਕ ਆਦਮੀ। ਇਹ ਨਹੀਂ ਨੇਕ ਆਦਮੀ ਹੈ ਨਹੀਂ, ਹੈਗੇ ਨੇ, ਪਰ ਸੁਣਦਾ ਨਹੀਂ ਕੋਈ। ਫਿਰ ਮੈਂ ਕਿਹਾ ਨਿਰਗੁਣ ਸਰਗੁਣ ਤੇ ਮੈਂ ਕਰੂੰਗਾ ਲੈਕਚਰ। ਕਹਿੰਦੇ ਠੀਕ ਹੈ। 4 ਹਫ਼ਤੇ ਪਹਿਲਾਂ ਬੁਕਿੰਗ ਹੁੰਦੀ ਸੀ, 3 ਹਫ਼ਤੇ ਅਜੋ ਹੋਰ ਹੁੰਦੇ ਸੀ ਲੋਕਾਂ ਨੇ ਆਉਣਾ, 4 ਹਫ਼ਤੇ ਤੇ ਆ ਕੇ ਨੰਬਰ ਮਿਲਦਾ ਸੀ। ਅੱਜ ਦੀ ਬੁਕਿੰਗ 4 ਹਫ਼ਤੇ ਨੂੰ ਆਉਣਾ ਨੰਬਰ, ਮਹੀਨੇ ਨੂੰ। ਤੇ ਮੈਂ ਸਰਗੁਣ ਨਰਗੁਣ ਤੇ ਇਹ ਕਰਤਾ। ਤੇ ਉਧਰ ਉਹ ਜਿਹੜੇ ਸੀ ਪਟਿਆਲੇ ਵਾਲੇ, ਜਿਹੜੇ ਇਹਨਾਂ ਨੇ ਭੁਪਿੰਦਰ ਸਿੰਘ ਨੇ ਲਿਆਂਦੇ, ਨਿਰਮਲੇ, ਕੰਮ ਗਿਆ ਡੇਰਾ ਉੱਥੇ ਉਹਨਾਂ ਦਾ। ਉਹਨਾਂ ਦੇ ਵਿੱਚ ਵੀ ਇੱਕ ਸਾਧ ਸੀ, ਉਹ PhD ਕੀਤੀ ਹੋਈ ਸੀ ਉਹਨਾਂ ਦਾ। ਉਹ ਆਉਂਦਾ ਹੁੰਦਾ ਸੀ, 7-8 ਵਿਦਵਾਨ ਲਿਆਂਦੇ ਉਹਨਾਂ ਨੇ, ਜਦ ਮੈਂ ਲੈਕਚਰ ਕਰਨਾ ਸੀ ਉਦੋਂ। ਮੈਨੂੰ ਕੀ ਫਰਕ ਪੈਂਦਾ ਸੀ, ਆਜੋ। ਕਾਫੀ ਵੱਡਾ ਇਕੱਠ ਹੋ ਗਿਆ, ਸਾਨੂੰ ਕਮਰਾ ਵੀ ਹੋਰ ਬਦਲਣਾ ਪਿਆ ਵੱਡਾ ਉਧਰ। ਕਹਿੰਦੇ ਵੀ ਅੱਜ ਇਕੱਠ ਜ਼ਿਆਦਾ ਹੈ, ਉਹਨੇ ਦੱਸਤਾ ਫੋਨ ਕਰਕੇ, ਉਹਨੇ ਇਕੱਠ ਜ਼ਿਆਦਾ ਕਰ ਲਿਆ। ਕਮਰੇ ਵੱਡੇ ਵੱਡੇ ਸੀ ਉੱਥੇ, ਸੀ ਸਕੂਲ ਸੀ ਉੱਥੇ। ਫਿਰ ਤਾਂ ਮੈਂ ਬੋਲਿਆ ਸਰਗੁਣ ਨਿਰਗੁਣ ਤੇ ਪੰਕਤੀਆਂ ਦੇ ਕੇ ਸਾਰੀ ਗੱਲ ਪਲਟਦੀ। ਉੱਥੇ ਇੱਕ ਸੀ ਆਪਣੇ ਇਹਨਾਂ ਦਾ ਡਾਕਟਰ ਸੀ, ਉਹ ਉੱਥੇ ਦਾ ਬਣਿਆ ਹੋਇਆ ਸੀ, ਕੋਈ ਵਿਕਰਮ ਸਿੰਘ ਸੀ ਉਹ ਨਾ, ਉਹਦਾ ਭਗਵੰਤ ਉਹਨਾਂ ਦਾ ਰਿਸ਼ਤੇਦਾਰ ਵੀ ਸੀ, ਪੈਸਾ ਦੇਖਿਆ ਵੀ ਹੋਵੇ। ਉਹ ਪਹਿਲਾਂ ਵਿਰੋਧ ਕਰਦਾ ਹੁੰਦਾ ਸੀ, ਫਿਰ ਹਟ ਗਿਆ ਸੀ। ਉਹਨੇ ਉੱਠ ਕੇ ਪਹਿਲਾਂ ਹੀ ਕਹਿਤਾ ਵੀ ਸਭ ਕੁਝ ਜੋ ਕਹਿੰਦੇ ਠੀਕ ਕਿਹਾ ਇਹਨਾਂ ਨੇ, ਚਾਹੇ ਮੈਨੂੰ ਪਤਾ ਅਸੀਂ ਨਹੀਂ ਸੀ ਮੰਨਦੇ, ਪਰ ਇਹ ਗੱਲਾਂ ਬਿਲਕੁਲ ਠੀਕ ਨੇ। ਮੈਂ ਨਾਲ ਕਿਹਾ ਉਲਟੀ ਦੇ, ਮੈਨੂੰ ਉਲਟੀ ਦੇ, ਸਾਗਰ ਸਿਉ ਕਰ ਉਲਟੀ ਦੇ। ਸਾਡੀ ਸਾਰੀ ਖੇਡ ਉਲਟਾ, ਗੁਰਬਾਣੀ ਉਲਟਾ ਰਹੀ ਹੈ ਉਹਨਾਂ ਦੀ ਗੱਲ ਨੂੰ, ਸਾਰੀ ਸਾਖਤਾਂ ਦੀ ਬਾਤ ਨੂੰ। ਜਦੋਂ ਕਹਿੰਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਦੋਏ ਨਿਰਾਕਾਰ ਨੇ, ਤੁਸੀਂ ਆਦਮੀ ਨੂੰ ਸਰਗੁਣ ਕਿਵੇਂ ਮੰਨ ਲਿਆ ਬਈ? ਬੋਲਤੀ ਬੰਦ ਹੋ ਗਈ ਸਭ ਦੀ। ਫਿਰ ਉਹ ਹੋਰ ਤਾਂ ਕੋਈ ਉਹਨਾਂ ਨੂੰ ਆਇਆ ਨਾ ਸਵਾਲ। ਉਹ ਕਹਿੰਦੇ ਵੀ, ਉਹਨੇ ਇੱਕ ਸਵਾਲ ਮੈਨੂੰ ਕੀਤਾ ਵੀ ਇੱਕ ਲਾਈਨ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਤੁਸੀਂ ਕਹਿੰਦੇ ਹੋ, ਸ਼ਾਇਦ ਉਹਨੇ ਕਿਹਾ ਵੀ ਜਿਹੜਾ ਪਾਪ ਹੈ, ਵੀ ਤੁਹਾਡੇ ਹਿਸਾਬ ਨਾਲ ਪਾਪ ਕੀ ਹੈ?
ਮੈਂ ਕਿਹਾ ਵੀ ਹੁਕਮ ਦਾ ਵਿਰੋਧ ਕਰਨਾ ਪਾਪ ਹੈ। ਪਾਪ ਦਾ ਮਤਲਬ ਹੁੰਦਾ ਅਪਰਾਧ। ਉਸ ਭਾਸ਼ਾ ਦੇ ਵਿੱਚ ਗੈਰ ਕਾਨੂੰਨੀ ਕੰਮ ਨੂੰ ਪਾਪ ਕਹਿੰਦੇ ਸੀ। ਝੂਠ ਬੋਲਣਾ ਪਾਪ ਹੈ, ਅਪਰਾਧ ਹੈ। ਪਰਮੇਸ਼ਰ ਦੇ ਘਰ ਜੋ ਅਪਰਾਧ ਹੈ ਉਹਨੂੰ ਪਾਪ ਕਹਿੰਦੇ ਹਾਂ ਅਸੀਂ। ਪਾਪ ਕਰਤਾ ਹੈ, ਗੈਰ ਕਾਨੂੰਨੀ ਕੰਮ ਕਰਤਾ। ਹੁਕਮ ਦਾ ਵਿਰੋਧ ਕਰਨਾ ਹੀ ਪਾਪ ਹੈ। ਫਿਰ ਬਹਿ ਗਿਆ, ਕਹਿੰਦਾ ਬਸ ਠੀਕ ਹੈ, ਇੱਕ ਲਾਈਨ ਚ ਦੱਸੋ ਪਾਪ ਕੀ ਹੁੰਦਾ। ਉਹਨੇ ਕਹਿੰਦਾ ਜਵਾਬ ਇੱਕ ਲਾਈਨ ਚ ਨਹੀਂ ਹੈ। ਮੈਂ ਕਿਹਾ ਹੁਕਮ ਦਾ ਵਿਰੋਧ ਕਰਨਾ ਪਾਪ ਹੈ। ਫਿਰ ਦੋ ਚਾਰ ਉਹਨੇ ਸਵਾਲ ਹੋਰ ਕੀਤੇ, ਫਿਰ ਬਹਿ ਗਿਆ ਟਿਕ ਵੀ ਹਾਂ ਠੀਕ ਹੈ। ਜਦ ਤੁਹਾਡੇ ਵਾਲਾ ਪਾਪ ਇਹ ਪਾਪ ਨਹੀਂ ਹੈ, ਤੁਹਾਡੇ ਵਾਲੇ ਪਾਪ ਨੂੰ ਨਹੀਂ ਬੰਦੀ ਬਣੀ। फिर वो आदमी नहीं कर, मैं कहा वो तो वो तो कहना जब लग जाने मैं कुछ करता तब लग गर्भ जोन में फिरता। चुप। जब बोलिया करे मैं पंक्ति चुप, जब बोलिया करे जद पंक्ति खिलाफ चुप। बस होते बाद आई नहीं फिर छड़ी। कम्युनिस्ट भी आए सी, कम्युनिस्ट सहमत हो गए। कम्युनिस्ट साधन के खिलाफ थे असल च, ਇਹਦੇ ਨਾਲ ਤਾਂ ਸਹਿਮਤ ਹੋ ਗਏ। ਉਹਨਾਂ ਨੂੰ ਕਿਹਾ ਜਾਂ ਤਾਂ ਤੁਸੀਂ ਇੱਥੇ ਜੋ ਕਿਹਾ ਉਹ ਗਲਤ ਹੈ, ਜਾਂ ਜਿਹੜਾ ਅੱਜ ਇਹਨੇ ਕਿਹਾ ਇਹ ਗਲਤ ਹੈ। ਦੋਵਾਂ ਚੋਂ ਦੱਸੋ ਕਿਹੜਾ। ਉਹਨਾਂ ਨੇ ਤਾਂ ਇਹ ਗੱਲ ਕਹੀ। ਇੱਕ ਕਮਿਊਨਿਸਟ ਬੋਲਿਆ ਵੀ ਤੁਸੀਂ ਕਹਿੰਦੇ ਮਨ ਨੂੰ ਜਿੱਤਣਾ, ਮਨ ਉਹ ਕਰਨਾ, ਮਨ ਨੂੰ ਖੁੱਲ੍ਹਾ ਛੱਡਣਾ ਚਾਹੀਦਾ। ਮੈਂ ਗੱਲ ਸੁਣ, ਗੁਰਬਾਣੀ ਦੀ ਕੋਈ ਪੰਕਤੀ ਦੇ ਜਿੱਥੇ ਕਿਹਾ ਹੋਵੇ ਮਨ ਨੂੰ ਖੁੱਲ੍ਹਾ ਛੱਡਣਾ ਚਾਹੀਦਾ। ਫਿਰ ਦੇਖਿਆ ਅੜਦਾ। ਮੈਂ ਕਿਹਾ ਤੂੰ ਗਲਤ ਜਗ੍ਹਾ ਆ ਗਿਆ। ਇਹ ਤਾਂ ਨਾ ਮੇਰੀ ਬਣਨੀ ਹੈ ਕਿਸੇ, ਨਾ ਤੇਰੀ ਬਣਨੀ ਹੈ। ਇਹ ਤਾਂ ਬਣੇ ਗੁਰੂ ਦੀ ਮੱਤ, ਗੁਰਬਾਣੀ ਚੱਲਣੀ ਆ। ਜੋ ਤੈਂ ਮੂੰਹੋਂ ਕਹਿਣਾ ਉਹਦਾ ਪੰਕਤੀ ਲਿਖਿਆ ਹੋਣਾ ਚਾਹੀਦਾ ਗੁਰਬਾਣੀ 'ਚ। ਤੂੰ ਗਲਤ ਜਗ੍ਹਾ ਆ ਗਿਆ। ਇੱਥੇ ਨਹੀਂ ਸੁਣੀ ਤੁਹਾਡੀ ਗੱਲ ਕਿਸੇ ਨੇ। ਉਹ ਜਿੱਥੇ ਤੁਸੀਂ ਬਹਿਨੇ ਉੱਥੇ ਹੀ ਸੁਣੀ ਜਾਂਦੇ ਨੇ। ਇਹ ਤੁਹਾਡਾ ਆਪਣਾ ਖਿਆਲ ਹੈ, ਗੁਰਬਾਣੀ ਦਾ ਖਿਆਲ ਨਹੀਂ ਹੈ। ਗੁਰਬਾਣੀ ਦਾ ਖਿਆਲ ਹੈ 10 ਪੰਕਤੀ, 5 ਪੰਕਤੀਆਂ ਦਊਂਗਾ ਮੈਂ ਤੇਰੇ ਖਿਲਾਫ, ਇਕੱਠੀਆਂ 10 ਵੀ ਦੇ ਸਕਦਾ। ਤੂੰ ਇੱਕ ਪੰਕਤੀ ਆਪਣੇ ਹੱਕ ਦੇ। ਮੁੜ ਕੇ ਉਹ ਵੀ ਨਹੀਂ ਆਏ। ਉਹ ਕਹਿੰਦੇ ਵੀ ਇਹ ਸਾਡੇ ਕੋਲੋਂ ਮਸਾਲਾ ਹੈ ਨਾ, ਤੁਸੀਂ ਬਹੁਤ ਖਰਾਬ ਕਰਦੇ ਤੇ ਸਾਨੂੰ। ਮੁੜ ਕੇ ਹੀ ਨਹੀਂ ਆਏ ਉਹ। ਜਦ ਮੈਂ ਜਾਂਦਾ ਸੀ ਮੇਰੇ ਉਹ ਨਹੀਂ ਆਉਂਦੇ, ਹੁਣ ਤੇ ਹਟ ਗਏ। ਇਹ ਤਾਂ ਬਹੁਤ ਪਹਿਲਾਂ ਹੀ ਝਾੜਦੇ ਤੇ ਸਭ ਲੋਕ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਸਿਮਰਨ ਦੀ ਗੱਲ ਇਹ ਹੈ, ਸਿਮਰਨ ਉਹ ਵੀ ਆਪਣਾ ਆਪਣਾ ਕਰਾਉਂਦੇ ਨੇ। ਸਿਮਰਨ ਸ਼ਕਤੀ ਹੈ ਭੁੱਲੀ ਚੀਜ਼ ਨੂੰ ਯਾਦ ਕਰਨਾ। ਵਿਸਰਿਆ ਹੋਇਆ ਕੀ ਹੈ? ਸਿਮਰਨ ਦਾ ਮਤਲਬ ਚੇਤਾ ਕਰਨਾ, ਚੇਤਨਾ। ਵਿਸਰਿਆ ਹੋਇਆ ਕੀ ਹੈ? ਜੇ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਬਾਣੀ ਵਿਸਰ ਗਈ, ਸੱਚਖੰਡ ਵਾਲੀ। ਗਰਭ ਦੇ ਬਾਣੀ ਨਾਲ ਜੁੜਿਆ ਹੋਇਆ ਸੀ ਹੁਕਮ ਨਾਲ, ਤਾਂ ਸਰੀਰ ਬਣਾ ਕੇ ਕਾਮਯਾਬ। ਉੱਥੇ ਬਗੈਰ ਮਨ ਨੂੰ ਬਸ ਕੀਤੇ ਉੱਥੇ ਜਿਉਂਦਾ ਹੀ ਨਹੀਂ ਸੀ ਰਹਿ ਸਕਦਾ। ਉਹ ਜਗ੍ਹਾ 'ਚ ਜਿਉਂਦਾ ਪ੍ਰਭ ਭਾਵ ਹੈ ਮੈਨੂੰ ਸਾਹ ਤੇਰਾ। ਸਾਹ ਕਿੱਥੇ ਆਉਂਦਾ? ਉੱਥੇ ਜਿਉਂਦਾ, ਜਿਉਂਦਾ ਨਾ। ਉਹ ਅਵਸਥਾ ਬਾਹਰ ਬਣਾਉਣੀ ਚਾਹੁੰਦੇ ਜੋਗੀ, ਨਹੀਂ ਬਣਦੀ ਉਹ ਅਵਸਥਾ। ਬਾਹਰ ਥੋੜੀ ਬਣਦੀ ਹੈ। ਉਹਦਾ ਨਾਲੀ ਵਿੱਚ ਕੁਝ ਨਹੀਂ ਹੈਗਾ, ਹਜਮ ਕੁਝ ਨਹੀਂ ਹੁੰਦਾ ਹੈ। ਉਹ ਹਜਮ ਕਰਨ ਵਾਲੀ ਬਾਹਰ ਹੈ ਔਲ, ਉਹ 'ਚ ਨਿਰਮਾਣ ਹੁੰਦਾ ਸਰੀਰ ਦਾ। ਹੁਣ ਤੁਹਾਡੇ ਮਿਹਦੇ 'ਚ ਸਭ ਕੁਝ, ਹੁਣ ਕਿਵੇਂ ਹੋ ਜੂ ਉਹ ਅਵਸਥਾ? ਤਾਂ ਹੀ ਉਹ ਨੇਤੀ ਧੋਤੀ ਨੂੰ ਪਹਿਲਾਂ ਸਾਫ਼ ਕਰਦੇ ਨੇ ਅੰਦਰੋਂ, ਨਹੀਂ ਗੜ ਜਾਂਦਾ ਅੰਦਰ। ਉਹ ਤਾਂ ਪ੍ਰਕਿਰਿਆ ਹੀ ਸਾਰੀ ਗੈਰ ਕੁਦਰਤੀ ਹੈ, ਜੋਗੀਆਂ ਦੀ। ਅਨਨੈਚੁਰਲ ਹੈ ਸਭ ਕੁਛ। ਉਹ ਇੱਕ ਤਰੀਕੇ ਨਾਲ ਨਹੀਂ, ਹਰ ਤਰੀਕੇ ਨਾਲ ਸਾਨੂੰ, ਆਯੁਰਵੈਦਿਕ ਦੇ ਤਰੀਕੇ ਨਾਲ, ਡਾਕਟਰੀ ਦੇ ਤਰੀਕੇ ਨਾਲ, ਇਹ ਵੀ ਤਾਂ ਗਿਆਨ ਦੇ ਨਾਲ। ਸਾਰੇ ਗਿਆਨ ਹੋਣੇ ਚਾਹੀਦੇ ਨੇ ਸਾਨੂੰ। ਚੌਮੁਖੀ ਦੀਵਾ ਬੜਿਆ ਥੱਕ, ਚੌਮੁਖੀ ਦੀਵਾ ਇਹੀ ਹੈ। ਅਸੀਂ ਮੈਡੀਕਲ ਦੇ ਤਰੀਕੇ ਨਾਲ ਵੀ ਉਹਨੂੰ ਗਲਤ ਸਾਬਤ ਕਰਾਂਗੇ, ਫਿਲੋਸਫੀ ਦੇ ਹਿਸਾਬ ਨਾਲ ਵੀ ਗਲਤ ਸਾਬਤ ਕਰਾਂਗੇ।
ਗੁਰਮਤਿ ਦੇ ਹਿਸਾਬ ਨਾਲ ਵੀ ਗਲਤ ਸਾਬਤ ਕਰਾਂਗੇ। ਚਾਰੇ ਪ੍ਰਕਾਰ ਦਾ ਗਿਆਨ, ਕਿਉਂਕਿ ਉਹਨਾਂ ਕੋਲ 3 ਪ੍ਰਕਾਰ ਦਾ ਗਿਆਨ ਹੈ ਸੰਸਾਰ ਕੋ। ਸਾਡੇ ਵਾਲ ਤਾਂ ਉਹਨੂੰ ਕਹੀ ਨਹੀਂ। ਉਹ 3 ਪ੍ਰਕਾਰ ਦਾ ਗਿਆਨ ਵੀ ਸਾਨੂੰ ਇਹਦੇ ਵਿੱਚ ਹੀ ਹੈ। ਸਾਡੇ ਜਦ ਬੁੱਧ ਵੱਡੀ ਹੁੰਦੀ ਹੈ, ਸਭ ਕੁਝ ਵਿੱਚੇ ਸੋਚ ਲੈਂਦਾ, ਵਿੱਚੋਂ ਨਿਕਲਦਾ ਸਭ ਕੁਝ। ਵਿਵੇਕ ਬੁੱਧੀ ਚੋਂ ਨਿਕਲਿਆ ਸਾਰਾ ਸੰਸਾਰ। ਸੰਸਾਰ ਉਸਨੇ ਬਣਾਇਆ, ਜਾਂ ਉਹ ਬੁੱਧੀ ਸਾਨੂੰ ਦੇ ਦੂਗਾ। ਸਾਨੂੰ ਨਹੀਂ ਪਤਾ ਲੱਗਦਾ ਵੀ ਕੀ ਹੈ। ਮਾੜਾ ਜਿਹਾ ਧਿਆਨ ਦਿੱਤੇ ਦਿਖਦੀ ਜਾਂਦਾ। ਗੌਰੇ ਕਰਨ ਦੀ ਲੋੜ ਹੁੰਦੀ ਹੈ। ਗੌੜੀ ਰਾਗ ਚ ਗੌਰ ਕੀਤੀ ਹੈ। ਉਹ ਗੌਰ ਇੱਧਰ ਬਦਲਤੀ। ਪਹਿਲਾਂ ਗੌਰ ਕਰਦੇ ਤੇ ਸੰਸਾਰ ਦੀ, ਪਹਿਲਾਂ ਗੌਰ ਰੱਖਦੇ ਤੇ ਆਪਣੇ ਚ, ਸੰਸਾਰ ਚ। ਹੁਣ ਸੰਸਾਰ ਦੀ ਗੌਰ ਦੀ ਲੋੜ ਨਹੀਂ ਹੈ, ਨਿਰਾਕਾਰ ਦੀ ਗੌਰ ਦੀ ਲੋੜ ਹੈ। ਸਭ ਕੁਝ ਨਿਰਾਕਾਰ ਚੋਂ ਨਿਕਲਿਆ ਹੋਇਆ ਹੈ। ਵਿਵੇਕ ਬੁੱਧੀ ਨੂੰ ਆਪਣੇ ਆਪ ਤਾਂ ਵਿਚਾਰ ਦੀ ਗੱਲ ਹੈ। ਵਿਚਾਰ ਆਪਣੇ ਆਪ ਨਾਲ ਜੁੜੇ ਤੇ ਹੁੰਦੀ ਹੈ। ਵਿਚਾਰ ਚ ਸਭ ਕੁਝ ਨਿਕਲ ਜਾਂਦਾ ਜਦ ਸਮਝ ਆ ਜਾਂਦੀ ਹੈ, ਸਮਝਣ ਲੱਗਦਾ। ਕੋਈ ਨਵੀਂ ਚੀਜ਼ ਬਣੀ ਹੋਈ ਦੇਖ ਲੈਂਦਾ ਦੂ ਆਦਮੀ, ਜਿਹੜਾ ਉਹ ਦੇਖ ਕੇ ਸਮਝ ਲੈਂਦਾ, ਬਣਾਉਂਦਾ ਉਹ ਜਿਹੀ ਨੇੜੇ ਹੀ ਖੜਾ ਹੁੰਦਾ। ਉਹ ਡਿਜ਼ਾਈਨ ਦੇਖ ਕੇ ਦੂਆ ਡਿਜ਼ਾਈਨ ਨਹੀਂ ਬਣਾਉਂਦਾ ਮਿਸਤਰੀ। ਇੱਕ ਥੋੜੀ ਜਿਹੀ ਉੱਪਰਲੀ ਗੱਲ ਜੇ ਹੁੰਦੀ ਹੈ, ਜਦ ਗੌਰ ਕਰਦੇ ਜਦ ਸਮਝ ਆ ਜਾਂਦੀ ਉਹਦਾ ਕੀ ਹੈ। ਪ੍ਰਭ ਭਾਵੇ ਬਿਨ ਸਾਸ ਤੇ ਰੱਖੇ। ਸਾਸ ਬਿਨ ਕਿੱਥੇ, ਉਹ ਕਿਸੇ ਨੇ ਦੱਸਿਆ ਸਾਸ ਤੇ ਰੱਖਿਆ। ਘਰ ਵਿੱਚ ਬਿਨ ਸਾਸ ਤੇ ਰੱਖਿਆ ਹੋਇਆ ਸਾਹ ਕਿੱਥੇ ਆਉਂਦਾ। ਇੱਥੇ ਤੱਕ ਇਹਨੇ ਦੱਸਿਆ ਨਹੀਂ ਕਦੇ। ਪਹਿਲਾ ਸਾਹ ਜਨਮ ਤੇ ਬਾਹਰ ਆਉਂਦਾ, ਉੱਥੇ ਜਿਉਂਦਾ ਸਾਸ ਤੇ ਬਿਨਾਂ ਜਿਉਂਦਾ। ਕੋਈ ਮੰਨ ਲੂਗਾ ਸਾਹ ਤੇ ਬਿਨਾਂ। ਪਰ ਉਹ ਲੋਕ ਦੇ ਵਿੱਚ ਉਹ ਪੁਰ ਹੋਰ ਹੈ, ਦੂਆ ਪੁਰ ਹੈ ਉਹ ਦੁਆਪਰ। ਉੱਥੇ ਬਿਨਾਂ ਸਾਹ ਤੇ ਜਿਉਂਦੇ ਨੇ, ਇੱਥੇ ਬਿਨਾਂ ਸਾਹ ਤੇ ਜਿਉਂਦਾ ਨਹੀਂ ਰਹਿ ਸਕਦਾ। ਉੱਥੇ ਉਨੀ ਹੀਟ ਵਿੱਚ ਸਰੀਰ ਬਣ ਰਿਹਾ, ਵਿਦੇ ਵਿੱਚ ਉਨੀ ਹੀਟ ਨਾਲੇ ਮਾਸ ਹਜਮ ਹੋ ਰਿਹਾ, ਬਰਾਬਰ ਹੈ। ਵਿਦਾ ਇੱਧਰ ਹੈ, ਗਰਭ ਇੱਧਰ ਹੈ, ਦੋ ਇਕੱਠੇ ਨਹੀਂ, ਹੀਟ ਇੱਕੋ ਜਿਹੀ ਹੈ। ਇੱਕ ਪਾਸੇ ਹਜਮ ਹੋ ਰਿਹਾ, ਇੱਕ ਪਾਸੇ ਬਣ ਰਿਹਾ। ਅੱਗ ਇੱਕੋ ਹੀ ਹੈ। ਇੱਕ ਪਾਸੇ ਭਾਂਡਾ ਪੱਕ ਰਿਹਾ, ਇੱਕ ਪਾਸੇ ਭਾਂਡਾ ਗਲ ਰਿਹਾ। ਸਾਡੇ ਹੀਟ ਹੋਣੀ ਹੋਵੇ, ਇਹ ਕੌਣ ਕਰੂ। ਇੱਕ ਗੈਸ ਸਿਲੰਡਰ ਇੱਕੋ ਹੀ ਆ, ਚੁੱਲ੍ਹੇ ਦੋ ਨੇ। ਇੱਕ ਤਾਂ ਕੀ ਤੂੰ ਕਰਕੇ ਦਿਖਾ ਇੱਥੇ, ਉਹਨੇ ਕੀਤਾ ਹੋਇਆ, ਦੇਖ ਕੀਤਾ ਹੋਇਆ ਨਾ, ਕੀਤਾ ਕਰਕੇ ਦਿਖਾਓ। ਹੀਟ ਹੋਣੀ ਹੋਵੇ ਬੋਡੀ ਚ, ਇੱਕ ਪਾਸਾ ਹਜਮ ਹੋ ਰਿਹਾ, ਉਹ ਚੰਗਾ ਭਲਾ ਬਣਿਆ ਬਣਾਇਆ, ਉਹਨੂੰ ਹਜਮ ਕਰਕੇ ਦੂਏ ਪਾਸੇ ਬਣਾ ਰਹੀ ਹੈ। ਉਹਦਾ ਹੀ ਗਾੜ ਕੇ ਟੈਂਪਰੇਚਰ ਉਨੀ ਹੋਵੇ, ਕਿਉਂ ਉੱਥੇ ਪ੍ਰਭਾਵ ਹੈ ਤਾਂ ਬਣ ਰਿਹਾ। ਉੱਥੇ ਨਹੀਂ ਅੱਗ ਸਾੜ ਸਕਦੀ, ਭਾਏ ਨਾ ਸਕੈ ਜਲ। ਉੱਥੇ ਪਾਣੀ ਡੋਬ ਨਹੀਂ ਸਕਦਾ, ਪਾਣੀ ਦੇ ਵਿੱਚ ਹੈ। ਡੋਬਤਾ, ਡੋਬਣਾ ਮਤਲਬ ਮਰ ਗਿਆ ਡੁੱਬ ਕੇ। ਪਾਣੀ ਦੇ ਵਿੱਚ ਹੈ ਉਹ, ਸਾਡੀ ਲੋੜ ਨਹੀਂ ਨਾ। ਪ੍ਰਭ ਆਵੇ ਬਿਨ ਸਾਸ ਤੇ ਰੱਖੈ। ਪ੍ਰਭ ਆਵੇ ਤਾਂ ਹਰ ਗੁਣ ਭਾਖੈ। ਆ ਪ੍ਰਭ ਆਵੇ ਤੇ ਹੀ ਆ। ਉੱਥੇ ਬਿਨ ਸਾਸ ਤੇ ਰੱਖਿਆ ਹੋਇਆ। ਜਿਵੇਂ ਜੇ ਉਹੀ ਅਵਸਥਾ ਬਾਹਰ ਆ ਜਾਵੇ, ਪ੍ਰਭ ਉਵੇਂ ਪਾਉਂਦਾ ਰਹੇ, ਵਿਚਾਲੇ ਕੋਈ ਨਾ ਹੋਵੇ, ਫਿਰ ਸੋਢੀ ਹੈ, ਫਿਰ ਹਰ ਗੁਣ ਭਾਖੂਗਾ। ਪ੍ਰਭ ਭਾਵੇ ਹੁਕਮ ਮੰਨਦਾ ਰਹੇ, ਜਿਵੇਂ ਉੱਥੇ ਹੁਕਮ ਮੰਨਦਾ ਸੀ, ਇੱਥੇ ਵੀ ਭਾਣੇ ਚ ਰਹਿ ਜਾਵੇ ਨਾ ਉਵੇਂ ਹੀ। ਫਿਰ ਜੈਸੀ ਉਪਜੀ ਪੇੜ ਤੇ ਜੈਸੀ ਨਿਭੈ ਓੜ, ਹੀਰਾ ਕਿਸ ਕਾ ਵਪੜਾ ਪੁਜਨ ਨਾ ਕਰੋੜ। ਫਿਰ ਤਾਂ ਲੋੜ ਹੀ ਨਹੀਂ ਕਿਸੇ ਦੀ, ਉਪਦੇਸ਼ ਸੁਣਨ ਦੀ ਲੋੜ ਹੈ ਬਸ। ਇਹ ਗੱਲ ਸਾਹਿਬਜ਼ਾਦਿਆਂ ਦੀ ਸੀ,
ਇਹੀ ਗੱਲ 8ਵੇਂ ਪਾਤਸ਼ਾਹ ਦੀ ਸੀ, ਇਹੀ ਗੱਲ ਧਰੂ ਪ੍ਰਹਲਾਦ ਦੀ ਸੀ, ਇਹੀ ਗੱਲ ਫਤਿਹ ਸਿੰਘ ਦੀ ਸੀ, ਜ਼ੋਰਾਵਰ ਸਿੰਘ ਦੀ ਸੀ, ਉਹ ਵੀ ਇਹੀ ਸੀ। ਇਹਨਾਂ ਚੋਂ ਜਿਹੜਾ ਸੀਨੀਅਰ ਸੀ ਫਤਿਹ ਸਿੰਘ ਸੀ ਉਹ। ਇਸ ਕਰਕੇ ਫਤਿਹ ਸਿੰਘ ਨੇ ਜਵਾਬ ਦਿੱਤੇ ਨੇ ਉਹ ਧਰਮ ਦੇ। ਫਤਿਹਗੜ੍ਹ ਉਹਦੇ ਨਾਂ ਤੇ ਹੀ ਹੈ, ਜ਼ੋਰਾਵਰ ਤਾਂ ਵੱਡਾ। ਫਤਿਹ ਸਿੰਘ ਦਾ ਨਾਂ ਮੂਹਰੇ ਕਿਉਂ ਹੁੰਦਾ ਹੈ? ਉਹ ਕੀ ਗੱਲ ਹੈ? ਅਵਸਥਾ ਦੀ ਗੱਲ ਹੁੰਦੀ ਹੈ। ਜੇ ਪੇੜ ਤੇ ਜੇ ਆਇਆ ਸੀਗਾ ਉਹ ਮਿਲੋਗੇ। ਹਾਂਜੀ